ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਪ੍ਰੋਗਰਾਮ ਵਿੱਚ ਜਿੱਥੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨੀਆਂ ਆਪਾਂ ਉੱਥੇ ਅੱਜ ਇਲੈਕਸ਼ਨ ਬਾਰੇ ਕੁਝ ਖਾਸ ਗੱਲਬਾਤ ਕਰਾਂਗੇ। ਸਰੀ ਵੈਨਕੂਵਰ ਐਬਸਫੋਰਡ ਜਿੱਥੋਂ ਦੀਆਂ ਕੁਝ ਰਾਈਡਿੰਗਸ ਦੇ ਉੱਤੇ ਪੰਜਾਬੀ ਉਮੀਦਵਾਰ ਖੜੇ ਹੁੰਦੇ ਆ ਉਹਨਾਂ ਬਾਰੇ ਕੁਝ ਗੱਲਬਾਤ ਕਰਾਂਗੇ। ਕੌਣ ਖੜਾ ਆ, ਕੀ ਇਸ ਵੇਲੇ ਪੋਜੀਸ਼ਨ ਆ, ਪਿਛਲੀ ਵਾਰੀ ਕੌਣ ਜਿੱਤਿਆ ਸੀ, ਐਤਕੀ ਕਿਹਦੇ ਚਾਂਸ ਬਣਦੇ ਆ। ਇਸ ਇਲੈਕਸ਼ਨ ਬਾਰੇ ਅਸੀਂ ਅੱਜ ਕੁਝ ਗੱਲਬਾਤ ਕਰਨੀ ਆ, ਕੁਝ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਤੁਹਾਨੂੰ ਦਿਖਾਉਣੇ ਆ। ਸਰੀ ਨਿਵਾਸੀਆਂ ਨਾਲ ਅਸੀਂ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਲੋਕ ਜਿਹੜੇ ਕਿਸੇ ਪਾਰਕ ਦੇ ਵਿੱਚ ਬੈਠੇ ਨੇ ਜਾਂ ਇੱਥੇ ਸਰੀ ਦੇ ਵਿੱਚ ਹੈਗੇ ਨੇ ਉਹ ਕੀ ਸੋਚਦੇ ਆ ਇਸ ਇਲੈਕਸ਼ਨ ਬਾਰੇ, ਉਹਨਾਂ ਨੂੰ ਕੀ ਲੱਗਦਾ ਕਿ ਕੌਣ ਜਿੱਤੂਗਾ। ਦੋ ਮੁੱਦੇ ਨੇ ਸਾਡੇ ਕੋਲ ਬਹੁਤ ਵੱਡੇ ਇਸ ਵੇਲੇ। ਇੱਕ ਮੁੱਦਾ ਇਹ ਆ ਕਿ ਜਸਟਿਨ ਟਰੂਡੋ ਨੇ ਇਹ ਗਲਤੀ ਕੀਤੀ ਇਲੈਕਸ਼ਨ ਕਾਲ ਕਰਕੇ, ਐਥੀਕਲੀ ਉਹਨਾਂ ਨੂੰ ਇਲੈਕਸ਼ਨ ਕਾਲ ਨਹੀਂ ਸੀ ਕਰਨੀ ਚਾਹੀਦੀ। ਇਹ ਉਹਨਾਂ ਨੇ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਸ ਵੇਲੇ ਕੋਵਿਡ ਨੂੰ ਹੈਂਡਲ ਕੀਤਾ ਜਾਂ ਲੋਕਾਂ ਨੂੰ ਜੋ ਕੁਛ ਜਿਹੜੇ ਬੈਨੀਫਿਟ ਮਿਲੇ ਆ ਉਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਜਾਂ ਦੂਜੇ ਸ਼ਬਦਾਂ 'ਚ ਇਹ ਕਹਿ ਲਓ ਕਿ ਜਿਹੜੇ ਇਸ ਵੇਲੇ ਲਿਬਰਲ ਦੇ ਨੰਬਰ ਉੱਪਰ ਗਏ ਆ, ਉਹਨਾਂ ਦੀ ਪੋਪੂਲੈਰਿਟੀ ਕਾਫੀ ਚੰਗੀ ਆ, ਉਸ ਮੌਕੇ ਦਾ ਫਾਇਦਾ ਉਠਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਅਤੇ ਉਹਨਾਂ ਨੇ ਇਲੈਕਸ਼ਨ ਕਾਲ ਕਰ ਦਿੱਤੀ ਜਦੋਂ ਕਿ ਸਮੱਸਿਆ ਕੋਈ ਨਹੀਂ ਸੀ, ਅਜੇ 2 ਸਾਲ ਚੱਲ ਸਕਦੇ ਸੀ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਜੇ ਲਿਬਰਲ ਦੀ ਥਾਂ ਦੇ ਉੱਤੇ ਇਸ ਵੇਲੇ ਕੰਜ਼ਰਵੇਟਿਵ ਹੁੰਦੇ ਜਾਂ NDP ਹੁੰਦੀ, ਕਰਨਾ ਉਹਨਾਂ ਨੇ ਵੀ ਇਹੀ ਸੀ। ਇਸ ਕਰਕੇ ਇਹਦਾ ਕੋਈ ਦੋਸ਼ ਨਹੀਂ ਆ ਲਿਬਰਲ ਸਰਕਾਰ ਦੇ ਉੱਤੇ ਜਾਂ ਲਿਬਰਲ ਪਾਰਟੀ ਦੇ ਉੱਤੇ। ਅਗਲੀ ਗੱਲਬਾਤ ਕੁਛ ਲੋਕ ਇਹ ਕਹਿ ਰਹੇ ਕਿ ਇਹਦੇ ਵਿੱਚ ਕੁਛ ਵੀ ਗਲਤ ਨਹੀਂ ਆ। ਜੇ ਉਹ ਚਾਹੁੰਦੇ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਮਹਾਮਾਰੀ ਨੂੰ ਹੈਂਡਲ ਕੀਤਾ ਉਹਨਾਂ ਨੇ, ਅਤੇ ਉਹ ਮੈਂਡੇਟ ਚਾਹੁੰਦੇ ਆ ਲੋਕਾਂ ਦਾ ਵੀ ਸਾਨੂੰ ਦੱਸ ਦਿਓ ਅਸੀਂ ਠੀਕ ਕੀਤਾ ਜਾਂ ਅਸੀਂ ਨਹੀਂ ਠੀਕ ਕੀਤਾ, ਜੇ ਨਹੀਂ ਠੀਕ ਕੀਤਾ ਤਾਂ ਸਾਨੂੰ ਤੁਸੀਂ ਹਟਾ ਦਿਓ। ਉਹ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਲੋਕਾਂ ਦਾ ਮੈਂਡੇਟ ਲੈ ਰਹੇ ਆ ਜਾਂ ਰਿਸਕ ਲੈ ਰਹੇ ਆ। ਉਹਨਾਂ ਹੀ ਖਤਰਾ ਹੈ, ਜਿੱਤ ਵੀ ਸਕਦਾ, ਕੰਜ਼ਰਵੇਟਿਵ ਵੀ ਜਿੱਤ ਸਕਦੇ ਆ, NDP ਅੱਗੇ ਆ ਸਕਦੀ ਆ, ਮਾਈਨੋਰਿਟੀ ਗਵਰਨਮੈਂਟ ਬਣ ਸਕਦੀ ਆ, ਕੰਜ਼ਰਵੇਟਿਵ ਦੀ ਮੈਜੋਰਿਟੀ ਬਣ ਸਕਦੀ, ਕੁਛ ਵੀ ਹੋ ਸਕਦਾ। ਵੀ ਉਹ ਆਪ ਲੋਕਾਂ ਦੀ ਰਾਏ ਲੈਣ ਦੇ ਲਈ ਇੱਕ ਰਿਸਕ ਲੈ ਰਹੇ ਆ ਇਸ ਵੇਲੇ ਲਿਬਰਲ ਪਾਰਟੀ। ਇਮਾਨਦਾਰ ਆ, ਲੋਕਾਂ ਦੇ ਵਿੱਚ ਆ ਰਹੀ ਹੈ ਕਿ ਦੱਸੋ ਅਸੀਂ ਜੋ ਕੀਤਾ ਉਹ ਠੀਕ ਕੀਤਾ, ਜੇ ਨਹੀਂ ਠੀਕ ਕੀਤਾ ਤਾਂ ਸਾਨੂੰ ਹਟਾ ਦਿਓ। 2 ਸਾਲ ਹਜੇ ਉਹ ਰਾਜ ਕਰ ਸਕਦੇ ਆ, ਪਰ ਉਹ ਲੋਕਾਂ ਦੇ ਵਿੱਚ ਆ ਕੇ ਆਪਣੇ ਬਾਰੇ ਪੁੱਛਣਾ ਚਾਹੁੰਦੇ ਆ। ਸੋ ਦੋ ਇਹ ਰਾਵਾਂ ਨੇ। ਇਹਨਾਂ ਦੋਵਾਂ ਰਾਵਾਂ ਬਾਰੇ ਕੁਛ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ। ਇਹ ਤੁਸੀਂ ਆਪ ਸੁਣ ਲਓ ਕਿ ਲੋਕਾਂ ਨੇ ਇਸ ਗੱਲ ਦੇ ਉੱਤੇ ਕੀ ਕਿਹਾ ਆ ਕਿ ਕਿੰਨਾ ਕੁ ਇਹ ਫੈਸਲਾ ਸਹੀ ਆ। ਜਾਂ ਦੂਜੀ ਗੱਲ ਅਸੀਂ ਓਵਰਆਲ ਇਹ ਪੁੱਛਦੇ ਹਾਂ ਕਿ ਇਸ ਵਾਰੀ ਜਿੱਤੂਗਾ ਕੌਣ। ਜਸਟਿਨ ਟਰੂਡੋ, ਕਿਉਂਕਿ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਉਹ ਸਾਡੇ ਭਾਈਚਾਰੇ ਦੇ ਵਿੱਚ ਇਹ ਸੈਂਪਲ ਬਹੁਤ ਛੋਟਾ ਹੈ, ਅਸੀਂ ਪੰਜਾਬੀ ਭਾਈਚਾਰੇ ਦੇ ਨਾਲ ਹੀ ਗੱਲਬਾਤ ਕਰ ਰਹੇ ਹਾਂ। ਉਹਨਾਂ ਦਾ ਕੀ ਵਿਚਾਰ ਹੈ, ਇਹਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਕਿ ਲੋਕ ਕੀ ਸੋਚਦੇ ਆ, ਪਰ ਜਿਨ੍ਹਾਂ ਨਾਲ ਰੈਂਡਮਲੀ ਅਸੀਂ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਇਸ ਮੁੱਦੇ ਦੇ ਉੱਤੇ ਕੀ ਸੋਚਦੇ ਆ, ਆਓ ਸੁਣਦੇ ਆ। ਨਹੀਂ ਚਿਰ ਸਰਕਾਰ ਉਹਨਾਂ ਦੀ ਰਹੀ ਆ, NDP ਤਾਂ ਇੱਥੇ ਵੀ ਆਪਣੇ ਥੱਲੇ ਕਿੰਨਾ ਚਿਰ ਸਰਕਾਰ ਹੈਗੀ। 1954 ਤੇ 25% ਤੇ ਸਾਡੇ ਪੈਸੇ ਨਹੀਂ, ਕੋਈ ਲੇਬਰ ਦੇ ਕਿਸੇ ਵਧਾਏ ਨਹੀਂ। ਚਲੋ ਅਸੀਂ ਤਾਂ ਨਹੀਂ ਕਰਦੇ, ਹੁਣ ਸਾਡੇ ਭਾਈ ਭਰਾ ਸਾਡੇ ਨਿਆਣੇ ਕਿਹੜੇ ਕੰਮ ਕਰਦੇ ਹੀ ਆ। ਇਹਨੇ $15 ਕੀਤੇ ਜਾਂ ਕਿਹਾ ਅਸੀਂ ਨਹੀਂ ਕਰ ਦਿੱਤੇ, ਉਹਨੇ ਤਾਂ ਕਦੀ ਸਾਡਾ ਪੈਸਾ ਵੀ ਨਹੀਂ ਵਧਾਇਆ। ਅਸੀਂ ਉੱਦਾਂ ਨੇ ਵੋਟਾਂ ਉਹਨੂੰ ਬਤਾਈ ਹਰੇ ਪਿਓ। ਅਸੀਂ ਹੁਣ ਟਰੂਡੋ ਆ, ਇਹ ਲੋਕਾਂ ਦੀ ਮਦਦ ਕੀਤੀ। ਸਰ ਸਾਡੀ ਤਾਂ ਜਿਹੜੀ ਹੋਰ ਜਨਤਾ ਦੀ ਬਥੇਰੀ ਇਹਨਾਂ ਕੰਮਾਂ ਕਾਰ ਵਾਲਿਆਂ ਦੀ ਵੀ ਕੀਤੀ ਆ, ਜਿਹਨਾਂ ਨੇ ਕੰਮ ਚੱਲਦੇ ਉਹਨਾਂ ਨੂੰ ਵੀ ਪੈਸੇ ਦਿੱਤੇ ਆ। ਕੀ ਲੱਗਦਾ ਕਿ ਟਰੂਡੋ ਜਿੱਤ ਜੂ? ਜਿੱਤੇ ਨਾ ਜਿੱਤੇ ਦਾ ਮਤਲਬ ਨਹੀਂ। ਅਸੀਂ ਤਾਂ ਵੋਟਾਂ ਟਰੂਡੋ ਨੂੰ ਪਾਉਣੀਆਂ, ਗੱਲ ਸਿੱਧੀ ਗੱਲ। ਸਾਨੂੰ ਨਹੀਂ ਪਤਾ ਸੀ ਕਿ ਅੰਤਰ ਧਿਆਨ ਨਾ ਬਈ ਅਸੀਂ ਠੀਕ ਆ ਬਈ, ਇਹ ਨਹੀਂ ਕਹਿ ਸਕਦੇ, ਪਰ ਅਸੀਂ ਤਾਂ ਵੋਟਾਂ ਟਰੂਡੋ ਨੂੰ ਪਾਵਾਂਗੇ। ਜਿੰਨੇ ਵੀ ਇੱਥੇ ਬੈਠੇ ਹੋਰ ਪੁੱਛ ਨਹੀਂ ਗਏ, ਅਸੀਂ ਟਰੂਡੋ ਦੇ ਮਗਰ। ਆਪਣੇ ਇੱਥੇ ਸਰੀ 'ਚ ਜਿਹੜੇ ਕੈਂਡੀਡੇਟ ਆ ਸੁਖ ਧਾਲੀਵਾਲ ਆ ਨਿਊਟਨ ਤੋਂ, ਜਿੱਤ ਜਾਣਗੇ? ਦੇਖੋ ਜਿੱਤਣਗੇ, ਜਿੱਤ ਕੇ ਜਾ ਉਹਦੀ ਪਾਰਟੀ ਦੇ ਜਿੱਤਣਗੇ ਜਾਂ ਅਸੀਂ ਟਰੂਡੋ ਨੂੰ ਪੜ੍ਹਿਆ, ਟਰੂਡੋ ਦੇ ਹੀ ਆਓ। ਬਹੁਤੇ ਬਜ਼ੁਰਗ ਟਰੂਡੋ ਦੇ ਜਿਹੜੇ ਫੈਨ ਆ ਜ਼ਿਆਦਾ ਉਹਦੀ ਸਪੋਰਟ ਕਰਦੇ, ਕੀ ਕਾਰਨ ਆ ਜੀ? 4 ਪੈਸੇ ਵੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਸਾਡੇ ਵਰਗੇ ਬੈਠੇ ਨੂੰ ਖਾਣ ਨੂੰ ਦਿੱਤਾ। ਜੇ ਜਿਹੜਾ ਬੰਦਾ ਖਾਣ ਨੂੰ ਦਿੰਦਾ ਉਹਦੇ ਮਗਰ ਜਾਵਾਂਗੇ। ਜੇ ਤੁਹਾਨੂੰ 4 ਪੈਸੇ ਕਿਤੋਂ ਮਿਲਦੇ ਤਾਂ ਆ ਤੁਸੀਂ ਪੈਸੇ ਕਿਸੇ ਤੁਹਾਨੂੰ ਕਦੇ ਮਿਲਣੇ ਹੋਣੇ ਤਾਂ ਹੀ ਤੁਸੀਂ ਆਏ ਆ। ਉੱਦਾਂ ਤਾਂ ਤੁਸੀਂ ਆਏ ਨੇ, ਤੁਹਾਨੂੰ ਕੀ ਲੋੜ ਪਈ ਉਹਨਾਂ ਕਿਸੇ ਸਪੋਰਟ ਕਰਨ ਦੀ। ਤੇ ਠੀਕ ਆ ਹੈਂ। ਵੇਖ ਆ ਰਹੀ ਹੁਣ ਸ਼ਹਿਰ ਦੀ ਕਮੇਟੀ ਵੀ ਬਣੀ ਆ, ਜਿੱਦਾਂ ਆਪਣੀ ਬਣੀ ਆ, ਉਹਨੇ ਵੀ ਕੁਛ ਨਾ ਕੁਛ ਜੋ ਕੀਤਾ। ਆ ਦੇ ਉਹਨੇ ਕਿਹਾ ਸੀ ਹਜੇ ਬੈਠਾ ਡਰ ਕੇ ਕਈ ਟੰਡੜਕਾ ਪਾਉਣੇ ਵਾਲੇ ਇੱਥੇ ਹੈਗੇ, ਲੱਤ ਲਾਉਣੇ ਵਾਲੇ ਹਜੇ ਵੀ ਇਹ ਬਣ ਜਾਊ। ਇੱਥੇ ਰਸ਼ ਪਿਆ ਹੁੰਦਾ, ਕਿੰਨੇ ਐਕਸੀਡੈਂਟ ਹੁੰਦੇ ਆ। ਅਸੀਂ ਨਿਕਲੂਗੇ ਨਾ, ਇਹ ਨਿਗਾਹ ਨਹੀਂ ਕਰਨਗੇ, ਇਹ ਵੀ ਕੰਮ ਕਰਦੇ ਆ। ਸਹੀ ਗੱਲ ਹੈ, ਅਸੀਂ ਤਾਂ ਜਿਹਨੂੰ ਜਿਹੜਾ ਕੋਈ ਚੰਗਾ ਕੰਮ ਕਰਦਾ ਅਸੀਂ ਤੁਹਾਨੂੰ ਪਾਵਾਂਗੇ। ਅੱਛਾ, ਇੱਕ ਕਹਿੰਦੇ ਵੀ ਹੁਣ ਕੋਵਿਡ ਹੋਇਆ, ਇਹ ਵੋਟਾਂ ਪਾਉਣੀਆਂ ਨਹੀਂ ਸੀ ਚਾਹੀਦੀਆਂ। ਹੁਣ ਹਟਿਆ, ਹੁਣ ਕਿਤੇ ਇੰਨਾ ਪਰ ਸੋਹਣੇ ਬੈਠੇ ਆ, ਹੁਣ ਹਟਿਆ। ਕੋਈ ਇੱਦਾਂ ਦੀ ਗੱਲ ਨਹੀਂ, ਹੁਣ ਡਰੀ ਜਾਂਦੇ ਲੋਕ। 2 ਟੀਕੇ ਸਾਡੇ ਲੱਗ ਗਿਆ, ਅਜੇ ਤੱਕ ਨੇ ਤੀਆ ਵੀ ਠੋਕ ਦੇਣਾ। ਇਹਦੇ ਲੱਗਦਾ ਵੀ ਇਹ ਤੋਂ ਬਾਅਦ ਵੋਟਾਂ ਤੋਂ ਬਾਅਦ ਫੇਰ ਕੋਵਿਡ ਵੱਧ ਜਾਣਾ। ਇਹ ਤਾਂ ਆਪਾਂ ਕਹਿ ਨਹੀਂ ਸਕਦੇ। ਇਹਦੇ ਵਿੱਚ ਥੋੜ੍ਹੇ ਹੁਣ ਇਹ ਬਿਮਾਰੀ ਦੇ ਵਿੱਚ ਤਾਂ ਸਾਡੇ ਵਰਗੇ ਹੋਏ ਡਾਕਟਰ ਤਾਂ ਸੀ ਨਹੀਂ। ਨਹੀਂ ਠੀਕ ਆ, ਅਸੀਂ ਤਾਂ ਆਪਣਾ ਕਿਆ ਫਾਈ ਆ ਵੀ ਹੁਣ ਉੱਦਾਂ ਗਿਣੋ ਫਰਕ ਪਿਆ ਨਹੀਂ ਤੇ, ਨਹੀਂ ਤਾਂ ਅਸੀਂ ਪਰੇ ਬਹਿੰਦੇ ਸੀ, ਅਸੀਂ 6 ਫੁੱਟ 'ਤੇ ਬਹਿੰਦੇ ਰਹੇ ਹਾਂ। ਮੂੰਹ ਵੀ ਲਪੇਟ ਕੇ ਬਾਹਰ ਨਿਕਲਦੇ। ਹੁਣ ਤਾਂ ਕਿਤੇ ਲੱਗਾ ਕਿ ਨਹੀਂ। ਹਾਂ
ਅਸੀਂ ਸਾਡੇ ਕੋਲ ਤਾਂ ਆਇਆ ਅਸੀਂ ਤਾਂ ਕਹਿੰਦੇ ਸਾਰੇ ਟਰੂਡੋ ਨੂੰ ਪਾਓ। ਪਹਿਲੇ ਅਸੀਂ ਤਾਂ ਤੁਹਾਨੂੰ ਵੀ ਕਹਿੰਦੇ ਟਰੂਡੋ ਨੂੰ ਪਾਓ। ਟਰੂਡੋ ਤੋਂ ਪਹਿਲਾਂ ਨੇ ਨਹੀਂ ਕੁਝ ਕੀਤਾ ਇਹ। ਉਹ ਕਿੱਥੇ ਸਾਨੂੰ ਤਾਂ ਤੇਰਾ ਅੰਨਾ ਨਹੀਂ ਕਿਸੇ ਸਾਡਾ ਤਾਂ ਵਧਾਇਆ ਕਿਸੇ ਨੇ, ਸਾਨੂੰ ਕੋਈ ਸਹੂਲਤ ਨਹੀਂ ਦਿੱਤੀ। ਬੁੱਢੇ ਨੂੰ ਤਾਂ ਕੰਮ ਕਰਦੇ ਮਰ ਗਿਆ ਬਾ ਫਾਰਮਾਂ ਵਿੱਚ ਮੀਂਹ ਨੇਰੀ ਤੇ ਸਾਨੂੰ ਕਹਿੰਦੇ ਉੱਤੋਂ ਬੈਂਚ ਬਾਹਰ ਨਿਕਲੋ, ਬੈਂਚ ਬਾਹਰ ਨਿਕਲੋ, ਗਲੇ ਪੈ ਜਾਣ ਬਾਹਰ ਤੋਂ ਥੱਲੇ ਤਾਰ ਦਿੰਦੇ। ਇੱਦਾਂ ਦੀ ਹਾਲਤ ਬੁਰੀ ਤੇ ਅਸੀਂ ਤਾਂ ਦੇਖੀ ਹੈ ਜਿਹੜੀ ਰਹੇ ਰੱਬ ਦਾ ਕੈਨੇਡਾ ਜਾ ਕੇ। ਆ ਜਿਹੜੇ ਪਹਿਲਾਂ ਮਿੱਲਾਂ 'ਚ ਕੰਮ ਕਰਦੇ ਜਿਹਨੀ ਮਿੱਲਾਂ ਫੇਲ ਉਹਨੀ ਲੋਕਾਂ ਨੇ ਕੀਤੀਆਂ ਜਿਹੜੀਆਂ ਯੂਨੀਅਨਾਂ ਬਣੀਆਂ ਸੀ, ਉਹਨੇ ਮਿੱਲਾਂ ਫੇਲ ਕਰਦੀਆਂ। ਸਾਡੇ ਨੂੰ ਤਾਂ ਕੰਮ ਹੀ ਨਹੀਂ ਮਿਲਿਆ ਇੱਥੇ, ਇਹ ਤਾਂ ਮਿੱਲਾਂ ਬੰਦ ਕਰ ਦਿੱਤੀਆਂ ਨੂੰ ਅਸੀਂ ਆਏ ਤੋਂ। ਇਹ ਜਿਹੜੇ ਸਾਨੂੰ ਜੋ ਅਸੀਂ ਬਾਹਰ ਖੇਤਾਂ ਨੇ ਝੁਕਿਆ ਹੋਇਆ ਖੇਤ ਸਾਨੂੰ ਪਤਾ ਜੋ ਕਿ ਅਸੀਂ ਕੀਤਾ ਇੱਥੇ ਆ ਕੇ। ਕਦੋਂ ਕਾਏ ਸੀ ਇੱਥੇ, ਕਿੰਨੇ ਸਾਲ ਹੋ ਗਏ ਜੀ? ਮੈਨੂੰ ਤਾਂ ਇਹ ਹੈਗਾ ਆਏ ਨੂੰ ਤਾਂ 28 ਸਾਲ ਹੋ ਗਏ ਇੱਥੇ, 28 ਸਾਲ ਜਦ ਆ ਉਹ ਤਾਂ ਬੇਰੀ ਸੀ, ਹੋਰ ਕੁਛ ਵੀ ਨਾ ਸੀ ਇੱਥੇ ਸਾਡੇ ਨੂੰ ਤਾਂ। ਬੇਰੀ ਤੋੜੀ ਨਿਆਣੇ ਨੇ ਕਿ ਬੇਰੀ ਜੀ ਫਿਰਦੇ ਸੀ, ਜੋ ਨਿਆਣੇ ਨੇ ਕਿ ਉਹ ਵੀ ਬੇਰੀ ਜੀ ਫਿਰਦੇ ਸੀ, ਬੀਕਾਂ ਦਿੰਦੇ ਠੇਕੇਦਾਰ ਖਾਈ ਜਾਂਦੇ ਸੀ। ਇਹ ਠੇਕੇਦਾਰ ਸੀ ਕੱਖ ਨਹੀਂ ਦਿੰਦੇ ਛੁੱਟ ਬੀਕਾਂ ਤੇ, ਨਹੀਂ ਕਿਸੇ ਹੋਰ ਬੁੜੇ ਨੂੰ ਪੁੱਛ ਕੇ ਦੇ ਦਿਓ। ਆਹੋ ਬਸ ਸਾਡਾ ਤਾਂ ਇੰਨਾ ਕਹਿਣਾ, ਅਸੀਂ ਤਾਂ ਸਾਡਾ ਤਾਂ ਇੰਨਾ ਕਹਿਣਾ ਭਾਈ ਟੂਡੋ ਨੂੰ ਵੋਟਾਂ ਪਾਓ। ਟੂਡੋ ਲੋਕਾਂ ਦਾ ਬਸ ਕੀ ਵਧੀਆ। ਤੁਸੀਂ ਕਿਹਨੂੰ ਵੋਟ ਪਾਉਣੀ ਹੈ? ਅਸੀਂ ਜੀ ਟੂਡੋ ਨੂੰ ਵੋਟ ਪਾਵਾਂਗੇ। ਕਾਹਦੇ ਲਈ? ਕਾਹਦੇ? ਟੂਡੋ ਨੇ ਸਾਡਾ ਕੀਤਾ ਬਹੁਤ ਆ, ਸਾਨੂੰ ਘਰ ਬੈਠਿਆਂ ਨੂੰ ਖਾਣ ਨੂੰ ਦਿੱਤਾ, ਹਰ ਵੇਲੇ ਹੀ ਹੁਣ ਸਾਡੇ ਪੈਸੇ ਵਧਾਏ ਆ, ਬੈਠਿਆਂ ਨੂੰ ਖਾਣ ਨੂੰ ਦਿੰਦਾ। ਇੱਕ ਬੁੱਢੇ ਦੀ ਇੰਟਰਵਿਊ ਅੱਗੇ ਹੋਈ ਪਰੂ, ਉਹ ਕਹਿੰਦਾ ਮੇਰੀ ਉਮਰ ਵੀ ਟੂਡੋ ਨੂੰ ਲੱਗ ਜਾ। ਚਾਹੁੰਦੀ ਇੰਟਰਵਿਊ ਹੋਈ ਸੀ ਵੀ ਮੇਰੀ ਉਮਰ ਸੀ ਜਿਹੜੀ ਉਹ ਟੂਡੋ ਨੂੰ ਲੱਗ ਜਾਏ। ਸਹੂਲਤਾਂ ਕੀਤੀਆਂ, ਸਾਨੂੰ ਪੈਸੇ ਦਿੱਤੇ ਆ, ਅਸੀਂ ਇੰਡੀਆ ਜਾਵਾਂਗੇ, ਬੇਸਮੈਂਟਾਂ ਦੇ ਕਿਰਾਏ ਦੇਵਾਂਗੇ, ਸਭ ਕੁਝ ਕਰਾਂਗੇ। ਤੇ ਇਦਾਂ ਹੀ ਤਾਂ ਵੋਟ ਟੂਡੋ ਨੂੰ ਪਾਵਾਂਗੇ। ਜਿਹੜੀਆਂ ਦੂਜੀਆਂ ਪਾਰਟੀਆਂ ਉਹ ਕਹਿੰਦੇ ਅਸੀਂ ਟਰੂਡੋ ਤੋਂ ਵੀ ਜ਼ਿਆਦਾ ਸਹੂਲਤਾਂ ਦੇਵਾਂਗੇ। ਨਹੀਂ ਦੇਣੀਆਂ। ਚਲੋ ਜੀ ਇਹ ਤਾਂ ਹੁਣ ਇਹ ਤਾਂ ਉਹਨੂੰ ਪਤਾ ਹੋਊ, ਝੂਠੇ ਹੋਣ। ਅਸੀਂ ਤਾਂ ਟੂਡੋ ਦੇ ਹੱਕ 'ਚ ਆ, ਟੂਡੋ ਨੂੰ ਵੋਟਾਂ ਪਾਉਣੀਆਂ ਤੇ ਟੂਡੋ ਨੇ ਸਾਨੂੰ ਖਾਣ ਨੂੰ ਬਹੁਤ ਦਿੱਤਾ। ਹਾਂ ਬਹੁਤ ਸਹਾਰਾ ਦਿੱਤਾ, ਬਹੁਤ ਜ਼ਿਆਦਾ। ਹਾਂ ਤੇ ਬਹੁਤ ਉਹ ਵੀ ਰੋਟੀ ਮਿਲੀ ਆ ਨਿਆਣੇ ਨੇ, ਕਹਿੰਦੇ ਕੰਮ ਵੀ ਕਰਨ ਨੱਠੇ ਫਿਰਦੇ ਨਿਆਣੇ, ਰਾਤ ਫਿਰਦੇ ਕੁੜੀਆਂ ਮੁੰਡੇ। ਕਿੰਨੇ ਸਾਲ ਕੰਮ ਕਰਨਗੇ ਉਹ, ਕਿੰਨੇ ਸਾਲ ਕੰਮ ਕਰਨਗੇ ਉਹ, ਗੌਰਮੈਂਟ ਟੈਕਸ ਕਟਾਉਣਗੇ ਉਹ। ਇਹ ਕੋਈ ਇਹਦੇ ਵਿੱਚ ਕੋਈ ਇਹ ਤਾਂ ਨਹੀਂ ਹੈ ਵੀ ਉਹਨਾਂ ਨੂੰ ਕੋਈ, ਉਹ ਤਾਂ ਨਿਆਣੇ ਆਏ ਆ। ਹੁਣ ਨਿਆਣੇ ਆਉਂਦੇ, ਅਸੀਂ ਵੀ ਇੱਦਾਂ ਹੀ ਆਏ ਆ। ਅਸੀਂ ਜੇ ਨਿਆਣੇ ਇੱਥੇ ਆ ਗਏ, ਉਹ ਕਹਿੰਦਾ ਕੋਈ ਆਵੇ ਹੀ ਨਾ। ਅਸੀਂ ਤਾਂ ਕਹਿੰਦੇ ਨਿਆਣੇ ਨੇ ਕਿ ਆਏ ਆ ਕੰਮ ਕਰਨਗੇ, ਗੌਰਮੈਂਟ ਨੂੰ ਟੈਕਸ ਕਟਾਉਣਗੇ। ਏਦਾਂ ਮੁਲਕ ਤੇ ਲੱਭ ਸਕਦਾ? ਕਿੰਨੀਆਂ ਕਮਲਾ ਸਹੂਲਤਾਂ, ਘਰ ਬੈਠਿਆਂ ਨੂੰ ਜੇ ਕੋਈ ਬਿਮਾਰ ਹੋ ਜਾਵੇ ਮਿੰਟਾਂ 'ਚ ਲੈ ਜਾਂਦੇ ਆ। ਉੱਥੇ ਇੰਡੀਆ ਕੋਈ ਬਾਤ ਪੁੱਛਦਾ? ਕਮਲੇ ਉੱਥੇ ਤਾਂ ਲਿਜਾ ਕੇ ਅਗਲੇ ਨੂੰ ਮਾਰ ਕੇ ਹੱਥ ਫੜਾਉਂਦੇ ਆ। ਇਦਾਂ ਦਾ ਮੁਲਕ ਦਾ ਕਿਤੇ ਕਰਮ ਵਾਲਾ ਬੰਦਾ ਜਿਹੜਾ ਇੱਥੇ ਆਉਂਦਾ ਜੀ, ਕਹਿੰਦੇ ਲਵਾਓ ਵੈਕਸੀਨ ਲਵਾਓ ਤੇ ਇੰਡੀਆ ਪੈਸੇ ਲਾਉਂਦੇ ਨੇ। ਅੱਤ ਭਾਗ ਚੰਗੇ ਜਿਹੜਾ ਇੱਥੇ ਆਉਂਦਾ। ਸ਼ਾਬਾਸ਼ ਇਹ ਟੂਡੋ ਦੇ ਜਿਹੜਾ ਸਾਨੂੰ ਖਾਣ ਨੂੰ ਦਿੰਦਾ। ਇਹ ਤਾਂ ਪਰਮਾਤਮਾ ਨੂੰ ਹੀ ਪਤਾ ਹੈ ਜੀ, ਪਰ ਜੇ ਅੱਜ ਕੱਲ੍ਹ ਦਾ ਮਾਹੌਲ ਹੈ ਜੀ, ਟਰੂਡੋ ਉਹ ਆਪਣੇ ਕੈਨੇਡਾ ਲਈ ਬਹੁਤ ਚੰਗਾ ਕੰਮ ਕਰ ਰਿਹਾ ਸਰ। ਅਸੀਂ ਜਿੰਨੇ ਆਪਣੇ ਪੰਜਾਬੀਆਂ ਨਾਲ ਇੱਥੇ ਗੱਲਬਾਤ ਕਰ ਰਹੇ ਹਾਂ ਸਾਰੇ ਟਰੂਡੋ ਦੀ ਸਪੋਰਟ ਕਰ ਰਹੇ, ਕੀ ਕਾਰਨ ਹੈ ਜੀ? ਉਹ ਥੋੜਾ ਨਰ ਬੰਦਾ ਜੀ, ਹਰ ਇੱਕ ਦੀ ਸੁਣਦਾ ਹੈ। ਇਨ 160 ਦੇ ਕੰਟਰੀਆਂ ਜੀ ਜਿੱਥੇ ਰਹਿੰਦੇ ਆ, ਸਾਰਾ ਦਾ ਪੂਰਾ ਕੰਟਰੋਲ, ਡਿਸਪਲਿਨ ਸਭ ਕੁਝ ਕੰਟਰੋਲ ਕਰ ਰਿਹਾ ਜੀ। ਇਸ ਕਰਕੇ ਕੋਵਿਡ ਨੂੰ ਹੈਂਡਲ ਕੀਤਾ, ਤੁਹਾਨੂੰ ਲੱਗਦਾ ਠੀਕ ਕੀਤਾ ਸਰਕਾਰ? ਠੀਕ ਕੀਤਾ ਜੀ। ਦੂਜੀ ਕੰਟਰੀਆਂ ਦੇਖੋ, ਕਿਸੇ ਨੇ ਕੋਈ ਭੱਤਾ ਨਹੀਂ ਮਿਲਿਆ, ਕੋਈ ਸਿਕ ਲੀਵ ਨਹੀਂ ਮਿਲੀ, ਕਿਸੇ ਨੂੰ ਕੋਈ ਫੰਡ ਨਹੀਂ ਮਿਲਿਆ। ਇਹ ਸਭ ਕੁਝ ਟਰੂਡੋ ਦੀ ਮਿਹਰਬਾਨੀ ਹੈ ਜੀ। ਮੈਂ ਤਾਂ ਇਹੀ ਕਹਾਂਗਾ ਜੀ। ਉਹ ਕਹਿਣ ਨੂੰ ਤਾਂ ਹਰ ਇੱਕ ਕਹਿੰਦਾ ਜੀ, ਆਪਣੇ ਆਪ ਹਰ ਇੱਕ ਚੰਗਾ, ਪਰ ਮੌਕੇ ਤੇ ਪਤਾ ਲੱਗਦਾ ਜੀ ਕਿਵੇਂ ਉਹ ਨਿਤਰਨਗੇ ਜੀ। ਲੱਗਦਾ ਤੇ ਕਰੋਨਾ ਵਧੇਗਾ ਇਹਦੇ ਨਾਲ ਤਾਂ। ਹਾਂ ਲੋਕ ਇਕੱਠੇ ਹੋਣਗੇ ਤੇ ਫਿਰ ਕਰੋਨਾ ਵੱਧਦਾ ਹੀ ਹੈ। ਚੰਗੀ ਗੱਲ ਹੈ, ਬਚਾਅ ਤਾਂ ਹੋਣਾ ਚਾਹੀਦਾ ਨਾ। ਪਬਲਿਕ ਇਕੱਠੀ ਨਹੀਂ ਹੋਣੀ ਚਾਹੀਦੀ, ਬਸ ਇਹ ਕੋਈ ਵੀ ਤਰੀਕਾ ਅਪਣਾਉਣ। ਤੇ ਪੋਲੀਟੀਸ਼ੀਅਨ ਓਪਰਚੁਨਿਸਟ ਹੁੰਦੇ ਆ, ਉਹ ਜੋ ਲੌਂਗ ਟਰਮ ਨਹੀਂ ਸੋਚਦੇ, ਸ਼ਾਰਟ ਟਰਮ ਆਪਣਾ ਦੇਖਦੇ ਆ ਕਿ ਅਸੀਂ 2 ਸਾਲ ਹੋਰ ਕੱਢ ਜਾਵਾਂਗੇ ਕਿ ਨਹੀਂ। ਸੋ ਜੇ ਇਸ ਕੰਟੈਕਸਟ ਤੋਂ ਦੇਖਿਆ ਜਾਵੇ ਤਾਂ ਇਹ ਸੁਦਾ ਓਪਰਚੁਨਿਜ਼ਮ ਹੀ ਆ। ਤੇ ਇਸ ਵੇਲੇ ਇਲੈਕਸ਼ਨ ਕਾਲ ਕਰਨ ਦੀ ਕੋਈ ਤੁਕ ਤਾਂ ਬਣਦੀ ਨਹੀਂ ਗੀ, ਕਿਉਂਕਿ ਜਿਹੜਾ ਫੋਕਸ ਕਰਨਾ ਚਾਹੀਦਾ ਤੁਹਾਨੂੰ ਹੋਰ ਜਿਹੜੇ ਇਸ਼ੂ ਹੈਗੇ ਆ। ਤੇ ਨਾਲੇ ਗੌਰਮੈਂਟ ਬੜੀ ਸੋਹਣੀ ਲਗਾਤਾਰ ਚੱਲ ਰਹੀ ਆ, ਤੇ ਕੋਈ ਉਹਨੂੰ ਚੈਲੰਜ ਨਹੀਂ ਕਰ ਰਿਹਾ, ਕੋਈ ਉਹਨਾਂ ਨੂੰ ਇਹ ਨਹੀਂ ਵੀ ਕੌਨਫੀਡੈਂਸ ਹੈ ਨਹੀਂ, ਪਾਰਟੀਆਂ ਸਪੋਰਟ ਕਰ ਰਹੀਆਂ। ਸੋ ਇਸ ਗੱਲੋਂ ਤਾਂ ਇਹ ਹੈਗਾ, ਲੱਗਦਾ ਕਿ
ਗਵਰਨਮੈਂਟ ਦਾ ਚੀਪ ਸਟੈਪ ਆ ਇਹ ਕਿ ਮੈਜੋਰਟੀ ਸ਼ਾਇਦ ਮਿਲ ਜਾਵੇ ਤੇ ਜਿਹਦੀ ਗਰੰਟੀ ਕੋਈ ਨਹੀਂ ਗੀ। ਸੋ ਜਿਵੇਂ ਪਹਿਲਾਂ ਕਿਹਾ ਕਿ ਪੋਲੀਟੀਸ਼ੀਅਨ ਸ਼ਾਰਟ ਸਾਈਟਡ ਹੁੰਦੇ ਆ, ਉਹਨਾਂ ਦਾ ਇਹ ਦੇਖਣਾ ਕਿ ਸਾਡੇ 4 ਸਾਲ ਹੋਰ ਕਿੱਦਾਂ ਨਿਕਲਦੇ ਆ। ਸੋ ਜਿਹੜੀ ਜਸਟਿਨ ਟਰੂਡੋ ਹੁਣੀ ਕਾਲ ਕੀਤੀ ਹੈ, ਜੇ ਇੱਥੇ ਕੰਜ਼ਰਵੇਟਿਵ ਜਾਂ ਐਨਡੀਪੀ ਹੁੰਦੀ ਉਹ ਵੀ ਇਹੀ ਕਰਦੇ? ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ, ਮੈਂ ਤਾਂ ਨਹੀਂ ਦੱਸ ਸਕਦਾ ਕਿਉਂਕਿ ਇਹ ਤਾਂ ਜਿਹੜਾ ਹੈਗਾ ਉਹ ਜੇ ਹੁੰਦੇ ਪਾਵਰ ਦੇ ਵਿੱਚ ਉਹ ਕੀ ਕਰਦੇ। ਇਹ ਗੱਲ ਮੁੱਦਾ ਬਣ ਸਕਦੀ ਹੈ ਵੀ ਤੁਹਾਨੂੰ ਇਸ ਵੇਲੇ ਇਲੈਕਸ਼ਨ ਕਾਲ ਨਹੀਂ ਕਰਨੀ ਚਾਹੀਦੀ? ਦੋਵੇਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਵੀ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਇਹ ਮਤਲਬ ਮੌਕਾ ਪ੍ਰਸਤੀ ਆ। ਇਹ ਜਿੱਥੇ ਮੈਂ ਮੁੜ ਕੇ ਫਿਰ ਪਹਿਲਾਂ ਹੀ ਉੱਥੇ ਹੋਣਾ ਕਿ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਇਹ ਅਪੋਰਚੂਨਿਸਟ ਹੁੰਦੇ ਆ। ਹੁਣ ਜੇ ਦੂਜੀਆਂ ਪਾਰਟੀਆਂ ਦੇ ਵੀ ਇਹ ਕਹਿਣ ਦਾ ਕਾਰਨ ਬਹੁਤ ਇਹ ਵੀ ਹੋ ਸਕਦਾ ਕਿ ਸ਼ਾਇਦ ਸਾਡੀ ਜੇ ਇਲੈਕਸ਼ਨ ਹੋਈ ਸਾਡੀਆਂ ਸੀਟਾਂ ਘੱਟ ਜਾਣਗੀਆਂ। ਸੋ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਗੱਲ ਨੂੰ ਜ਼ਿਆਦਾ ਵੇਟ ਦਿੰਦੇ ਆ, ਕਿਹੜੀ ਗੱਲ ਨੂੰ ਇਗਨੋਰ ਕਰਦੇ ਆ। ਸੋ ਆਮ ਜਿਹੜਾ ਹੈਗਾ ਬੰਦਾ ਆ, ਆਮ ਜਿਹੜਾ ਵੋਟਰ ਆ, ਉਹਦੇ ਹਿਸਾਬ ਤਾਂ ਉਹ ਤਾਂ ਆਪਣੀ ਪਹਿਲੀ ਗੱਲ ਤਾਂ ਕੋਵਿਡ ਦੇ ਵਿੱਚ ਉੱਦਾਂ ਹੀ ਆਪਣੀ ਸੇਫਟੀ ਬਾਰੇ ਉਹਨੂੰ ਹੈਗਾ ਆ ਵੀ। ਫਿਰ ਦੂਜਾ ਹੈਗਾ ਵੀ ਜੇ ਭਾਵੇਂ ਸਾਡੇ ਇਮਿਊਨਾਈਜੇਸ਼ਨ ਹੋ ਵੀ ਗਈ ਆ, ਉਹਦੀ ਵੀ ਕੋਈ ਗਰੰਟੀ ਨਹੀਂ ਵੀ ਅਸੀਂ ਸੇਫ ਹਾਂ। ਸੋ ਸਾਨੂੰ ਤਾਂ ਹੈਗਾ ਇਹੀ ਸਿਹਤ, ਪਰ ਪੋਲੀਟੀਸ਼ੀਅਨ ਨੂੰ ਹੈਗਾ ਕਿ ਸਾਡੀਆਂ ਮੈਜੋਰਟੀ ਬਣ ਜੇ। ਅਤੇ ਕੈਨੇਡਾ ਦੇ ਵਿੱਚ ਸਾਰੇ ਲੋਕ ਜਿਹੜੇ ਮੰਨਦੇ ਬਹੁਤ ਸਿਆਣੇ ਆ, ਉਹ ਜਿਹੜੇ ਆ ਉਹ ਇਸ ਗੱਲ ਨੂੰ ਮੁੱਦਾ ਬਣਾ ਸਕਦੇ ਆ ਵੀ ਤੁਸੀਂ ਗਲਤ ਕਾਲ ਕਰ ਰਹੇ ਹੋ ਇਲੈਕਸ਼ਨ, ਜਾਂ ਮੁੱਦਾ ਰੁਲ ਜਾਊਗਾ ਕਿਤੇ ਨਾ ਕਿਤੇ ਵੀ ਇਹ ਗੱਲ ਹੀ ਨਹੀਂ ਰਹਿਣੀ ਇਹ? ਕਿਉਂਕਿ ਮੈਂ ਤਾਂ ਪੁੱਛਦਾ, ਜਦੋਂ ਲੋਕਲ ਪ੍ਰੋਵਿੰਸ਼ੀਅਲ ਇਲੈਕਸ਼ਨ ਕਾਲ ਹੋਈ ਸੀ ਇਹ ਮੁੱਦਾ ਸ਼ੁਰੂ 'ਚ ਆਇਆ ਸੀ, ਉਸ ਤੋਂ ਬਾਅਦ ਫਿਰ ਗੱਲਬਾਤ ਖਤਮ ਹੋ ਗਈ, ਬਾਕੀ ਮੁੱਦੇ ਚੱਲ ਪਏ। ਇਹ ਵੀ ਹੁਣ ਲੋਕਾਂ 'ਤੇ ਡਿਪੈਂਡ ਕਰਦਾ ਕਿ ਕਿੰਨੇ ਕੇਸ ਇਸ਼ੂ ਬਾਰੇ ਅਵੇਅਰ ਹੈਗੇ ਆ। ਅਤੇ ਜਿਵੇਂ ਹੁਣ ਸਸਕੈਚੂਨ ਦੇ ਵਿੱਚ ਇਲੈਕਸ਼ਨ ਹੋਈ ਆ, ਉਹ ਸਾਰਾ ਨੋਵਾ ਸਕੋਸ਼ੀਆ ਦੇ ਵਿੱਚ ਉਹ ਸਾਰਾ ਪਾਸਾ ਹੀ ਉਲਟ ਪੈ ਗਿਆ। ਲਿਬਰਲਾਂ ਨੂੰ ਸੀਗਾ ਕਿ ਸਾਡੀ ਅਸੀਂ ਜਿੱਤਾਂਗੇ, ਪਰ ਉਹ ਬੁਰੀ ਤਰ੍ਹਾਂ ਹਾਰੇ ਆ। ਹੁਣ BC ਦੇ ਵਿੱਚ NDP ਜਿੱਤ ਗਈ ਆ। ਸੋ ਬੜਾ ਇਹ ਕੰਪਲੈਕਸ ਇਸ਼ੂ ਲੱਗਦਾ ਕਿ ਇਹਦਾ ਕੋਈ ਸਟ੍ਰੇਟ ਫਾਰਵਰਡ ਆਨਸਰ ਨਹੀਂ, ਬਲੈਕ ਐਂਡ ਵਾਈਟ ਆਨਸਰ ਨਹੀਂ ਹੈਗਾ ਕੋਈ ਕਿ ਵੀ ਤੁਸੀਂ ਇਹ ਕਹੋ ਜੀ ਜਿਵੇਂ ਮੈਂ ਸੋਚਦਾ ਵੀ ਇਵੇਂ ਸਾਰੇ ਲੋਕ ਸੋਚਦੇ ਹੋਣਗੇ। ਹੋ ਸਕਦਾ ਮੈਂ ਉਹ ਜਿਹੜੇ ਸੋਚ ਜਿਹੜੀ ਕੁਛ ਆਮ ਲੋਕ ਸੋਚਦੇ ਉਹਨਾਂ ਦਾ ਫ੍ਰੈਕਸ਼ਨ ਵੀ ਹੀ ਮਸਾਂ ਹੋਵਾਂ। ਸੋ ਆਖਰੀ ਗੱਲਬਾਤ, ਤੁਸੀਂ ਸੇਫ ਫੀਲ ਕਰਦੇ ਹੋ ਇਲੈਕਸ਼ਨ 'ਚ ਵੀ ਕੋਵਿਡ ਦੇ ਵਿੱਚ ਹੋ ਰਹੀ? ਨਹੀਂ, ਮੈਂ ਤਾਂ ਕੋਈ ਸੇਫ ਨਹੀਂ ਫੀਲ ਕਰ ਰਿਹਾ, ਕਿਉਂਕਿ ਮੈਂ ਤਾਂ ਹੁਣ ਜੇ ਵੋਟ ਪਾਈ ਤਾਂ ਆਪਣੇ ਮੇਲ ਐਂਡ ਬੈਲਟ ਮੰਗਾਵਾਂਗੇ। ਅਤੇ ਕਿਉਂਕਿ ਸੇਫਟੀ ਤਾਂ ਈਵਨ ਆਪਾਂ ਹੁਣ ਖੜ੍ਹੇ ਹਾਂ, ਮੈਂ ਇਹਦੇ ਵਿੱਚ ਵੀ ਸੇਫ ਨਹੀਂ ਸੀ ਫੀਲ ਕਰਦਾ ਵੀ ਭਾਵੇਂ ਅਸੀਂ ਮੇਰੇ ਡਬਲ ਲੋਦਾ ਲੱਗਿਆ ਆ, ਤੁਹਾਡੇ ਵੀ ਲੱਗਿਆ ਹੋਊਗਾ, ਪਰ ਫਿਰ ਵੀ ਜਿਹੜੇ ਵੇਰੀਐਂਟ ਆ ਉਹਨਾਂ ਦੀ ਕੋਈ ਗਰੰਟੀ ਨਹੀਂ ਕਿ ਉਹਨੇ ਕਿਹਨੂੰ ਢਾਉਣਾ ਅਤੇ ਕਿਤੇ ਕਿਹੋ ਜਿਹਾ ਅਸਰ ਕਰਨਾ। ਸੋ ਆਪਣਾ ਇਹ ਤਾਂ ਹੈਗਾ ਵੀ ਜਿੰਨਾ ਤੁਸੀਂ ਇਲੈਕਸ਼ਨ ਵਾਲੇ ਬਾਹਲਾ ਫਿਕਰ ਕਰਨ ਨਾਲੋਂ ਤੁਸੀਂ ਆਪਣੀ ਸਿਹਤ ਬਾਰੇ, ਆਪਣੇ ਵੈਲਬੀਇੰਗ ਬਾਰੇ ਫਿਕਰ ਕਰੋ। ਇਲੈਕਸ਼ਨ ਵਾਲੇ ਤਾਂ MP ਫਿਕਰ ਕਰਨ ਜਿਹਨਾਂ ਨੂੰ ਪੈਨਸ਼ਨਾਂ ਦਾ ਰੌਲਾ ਆ, ਜਿਹਨਾਂ ਨੂੰ ਹੈਗਾ ਵੀ ਸਾਡੇ ਨੰਬਰ ਥੋੜ੍ਹੇ ਜਿਹੇ ਬਣ ਜਾਣ ਹੋਰ ਅਸੀਂ, ਅਤੇ ਬਾਕੀ ਹੈਗਾ ਅਤੇ ਸਾਨੂੰ ਤਾਂ ਫਿਕਰ ਇਹੀ ਆ ਵੀ ਸਾਰਾ ਕੁਝ ਸੇਫ ਸੂਪ ਰਹੇ। ਕਿਉਂਕਿ MPਆਂ ਦਾ ਵੀ ਬਹੁਤਾ ਇਹੀ ਹੁੰਦਾ ਕਿ ਸਾਡੀ ਹੁਣ ਜੇ 6 ਸਾਲ ਲੱਗ ਗਏ ਪੈਨਸ਼ਨ ਤਾਂ ਲੱਗ ਗਈ ਨਾ ਹੁਣ। ਸੋ ਇਹ ਪੋਲੀਟੀਸ਼ੀਅਨ ਸਾਰੇ ਹੀ ਸ਼ਾਰਟ ਸਾਈਟਡ ਆ, ਇਹਨਾਂ ਦੇ ਜੇ ਸਟੇਟਸਮੈਨ ਬਹੁਤ ਘੱਟ ਆ, ਪੋਲੀਟੀਸ਼ੀਅਨ ਤਾਂ ਸਾਰੇ ਹੀ ਆ। ਇਸ ਤਰ੍ਹਾਂ ਦੀਆਂ ਗੱਲਾਂ ਆਮ ਤੌਰ 'ਤੇ ਅਸੀਂ ਥਰਡ ਵਰਲਡ ਕੰਟਰੀ 'ਚ ਸੁਣਦੇ ਸੀ ਵੀ ਜਿਹੜੇ ਲੀਡਰ ਆ ਉਹ ਆਪਣਾ ਫਾਇਦਾ ਸੋਚਦੇ ਆ, ਉਹ ਮੌਕਾ ਪ੍ਰਸਤ ਹੁੰਦੇ ਆ। ਇਹ ਸਭ ਤੋਂ ਐਡਵਾਂਸ ਮੁਲਕ 'ਚ ਵੀ ਇੱਦਾਂ ਹੀ ਲੱਗਦਾ? ਇਹ ਆਪਣਾ ਇਮਰਾਜ ਆ, ਮਿਰਗ ਤ੍ਰਿਸ਼ਨਾ ਆ। ਆਪਾਂ ਨੂੰ ਉੱਥੇ ਬੈਠੇ ਦੂਰ ਬੈਠੇ ਨੂੰ ਲੱਗਦਾ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਆ, ਜਦੋਂ ਆ ਕੇ ਕੋਲ ਦੇਖੋ ਤਾਂ ਸਿਰਫ ਸੁਭਾਅ ਦਾ ਫਰਕ ਹੁੰਦਾ, ਬਾਕੀ ਸਾਰਾ ਕੁਛ ਬੈਕਗਰਾਊਂਡ ਦੇ ਵਿੱਚ ਉਹੀ ਆ। ਸੋ ਇਹ ਆਪਣੇ ਮਨ 'ਚ ਵੀ ਇਹ ਕੰਪਲੈਕਸ ਹੈ ਕਿ ਅਸੀਂ ਸ਼ਾਇਦ ਥਰਡ ਵਰਲਡ ਦੇ ਵਿੱਚ ਪੋਲੀਟਿਕਸ ਥਰਡ ਵਰਲਡ ਆ। ਇਹ ਸਾਰੇ ਪੋਲੀਟਿਕਸ ਦੀ ਨੇਚਰ ਵੱਖਰੀ ਹੁੰਦੀ ਆ, ਲੇਕਿਨ ਸਭ ਕੁਝ ਚੱਲਦਾ ਉਹੀ ਆ। ਤੁਸੀਂ ਕਿਤੇ ਵੀ ਕਿਸੇ ਵੀ ਕੰਟਰੀ ਦੀ ਐਗਜ਼ਾਮਪਲ ਲੈ ਲਓ, ਉਹਦੇ ਵਿੱਚ ਸਾਰਿਆਂ ਦੇ ਵਿੱਚ ਇਹੋ ਹੀ ਆ। ਸਿਰਫ ਫਰਕ ਇਹ ਆ ਕਿ ਸਾਡੇ ਮਨ 'ਚ ਕਈ ਵਾਰੀ ਪਹਿਲਾਂ ਹੀ ਇਹ ਪ੍ਰਭਾਵ ਬਣਿਆ ਹੁੰਦਾ ਕਿ ਵੀ ਜਿਹੜੀ ਖਾਸ ਮੁਲਕਾਂ ਦੀ ਪੋਲੀਟਿਕਸ ਹੈਗੀ ਉਹ ਖਰਾਬ ਆ ਅਤੇ ਸ਼ਾਇਦ ਵਧੀਆ ਦੂਜੇ ਮੁਲਕਾਂ ਦੀ ਵਧੀਆ ਹੋਊਗੀ। ਪਰ ਜਦੋਂ ਤੁਸੀਂ ਵਿੱਚ ਵਿਚਰਦੇ ਆ ਅਤੇ ਸਾਰਾ ਕੁਝ ਉਹੀ ਹੁੰਦਾ ਜੋ ਕੁਛ ਤੁਹਾਨੂੰ ਪਿੱਛੇ ਤੁਸੀਂ ਛੱਡ ਕੇ ਆਉਨੇ ਆ। ਸੋ ਲੋਕ ਕੀ ਸੋਚਦੇ ਨੇ, ਤੁਸੀਂ ਮੋਟੀ ਜੀ ਗੱਲਬਾਤ ਸੁਣੀ ਹੈ। ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ, ਨਹੀਂ ਕਿਹਾ ਜਾ ਸਕਦਾ ਸਾਰੇ ਲੋਕ ਇਸ ਤਰ੍ਹਾਂ ਸੋਚਦੇ, ਪਰ ਜਿਨ੍ਹਾਂ ਨਾਲ ਬਾਈ ਚਾਂਸ ਅਸੀਂ ਗੱਲਬਾਤ ਕੀਤੀ ਉਹਨਾਂ ਨੂੰ ਅਸੀਂ ਇਸੇ ਤਰ੍ਹਾਂ ਅਨਐਡੀਟਡ ਤੁਹਾਨੂੰ ਦਿਖਾਇਆ ਲੋਕ ਕੀ ਸੋਚਦੇ ਆ। ਹੁਣ ਥੋੜ੍ਹੀ ਜਿਹੀ ਜਾਣਕਾਰੀ ਅਸੀਂ ਲੈਂਦੇ ਹਾਂ ਕਿ ਸਾਡੇ ਆਲੇ ਦੁਆਲੇ ਸਰੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਸ ਵੇਲੇ ਸਥਿਤੀ ਹੈ ਕੀ। ਸਰੀ ਸੈਂਟਰ ਤੁਸੀਂ ਜਾਣਦੇ ਹੋ 2019 ਦੇ ਵਿੱਚ ਇੱਥੋਂ ਲਿਬਰਲ
ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਜ ਜਿੱਤੇ ਸੀ। ਦੂਜੀ ਜਿੱਤ ਸੀ ਇੱਥੋਂ ਉਹਨਾਂ ਦੀ, ਦੂਜੀ ਵਾਰੀ ਉਹ ਇੱਥੇ ਜਿੱਤੇ ਸੀਗੇ। 37% ਵੋਟਾਂ ਉਹਨਾਂ ਨੂੰ ਪਈਆਂ ਸੀ। ਸਰੀ ਸੈਂਟਰ ਦੀ ਸੀਟ ਬੜੀ ਇੰਟਰਸਟਿੰਗ ਆ ਐਤਕੀ। ਕੰਜ਼ਰਵੇਟਿਵ ਟੀਨਾ ਬੈਂਸ, ਲਿਬਰਲ ਪਾਰਟੀ ਵੱਲੋਂ ਰਣਦੀਪ ਸਰਾਏ, ਐਨਡੀਪੀ ਵੱਲੋਂ ਸੋਨੀਆ ਆਂਦੀ ਤੇ ਪੀਪੀਸੀ ਵੱਲੋਂ ਜੋ ਕਨੈਡੀ, ਇਹ ਇਸ ਵੇਲੇ ਉਮੀਦਵਾਰ ਨੇ। ਜਦੋਂ ਤੁਸੀਂ ਪਿਛਲੀ ਵਾਰੀ ਦੇਖਦੇ ਆ ਕਿ ਜੋ ਕੁਛ ਪਿਛਲੀ ਵਾਰੀ ਇੱਥੇ ਹੋਇਆ ਸੀ, ਵੋਟਾਂ ਕਿੰਨੀਆਂ ਸੀ, ਕੌਣ ਜਿੱਤਿਆ ਸੀ। ਰਣਦੀਪ ਸਿੰਘ ਸਰਾਏ ਇੱਥੋਂ 15,266 ਵੋਟਾਂ ਲੈ ਕੇ ਸਾਰੀ ਸੈਂਟਰ ਦੇ ਵਿੱਚ ਉਹਨਾਂ ਨੂੰ ਟੋਟਲ ਵੋਟਾਂ ਪਈਆਂ ਸੀ ਤੇ ਦੂਜੇ ਨੰਬਰ ਦੇ ਉੱਤੇ 11,166 ਦੇ ਨਾਲ ਸਰਜੀਤ ਸਿੰਘ ਸਰਾਂ ਐਨਡੀਪੀ ਦੇ ਉਮੀਦਵਾਰ ਸੀਗੇ। ਐਤਕੀ ਨਹੀਂ ਉਹ ਚੋਣ ਲੜ ਰਿਹਾ, ਸੋ ਇਹਦਾ ਸਿੱਧਾ ਘਾਟਾ ਕਿਤੇ ਨਾ ਕਿਤੇ ਐਨਡੀਪੀ ਨੂੰ ਪਊਗਾ। ਕਾਫੀ ਨੇੜੇ ਦੀ ਟੱਕਰ ਸੀਗੀ, ਭਾਵੇਂ 15,266 ਰਣਦੀਪ ਸਿੰਘ ਸਰਾਏ ਨੂੰ ਪਈਆਂ ਸੀ ਤੇ 11,166 ਵੋਟਾਂ ਸਰਜੀਤ ਸਿੰਘ ਸਰਾਂ ਨੂੰ ਐਨਡੀਪੀ ਦੇ ਉਮੀਦਵਾਰ ਨੂੰ ਪਈਆਂ ਸੀ। ਤੇ ਟੀਨਾ ਬੈਂਸ ਜਿਹੜੇ ਐਤਕੀ ਕੰਜ਼ਰਵੇਟਿਵ ਵੱਲੋਂ ਖੜੇ ਆ, 10,413 ਵੋਟਾਂ ਉਹ ਵੀ ਲੈ ਗਏ ਸੀ। ਸੋ ਇਹ ਹੁਣ ਐਤਕੀ ਮੁਕਾਬਲਾ ਇਹਨਾਂ ਦਾ ਐਨਡੀਪੀ ਦੇ ਨਾਲ ਹੁੰਦਾ ਆ ਜਾਂ ਇਹਨਾਂ ਦਾ ਕੰਜ਼ਰਵੇਟਿਵ ਦੇ ਨਾਲ ਹੁੰਦਾ ਆ, ਇਹ ਦੇਖਣ ਵਾਲੀ ਗੱਲ ਹੋਊਗੀ ਇਹਨਾਂ ਦੀ ਰਣਦੀਪ ਸਿੰਘ ਸਰਾਏ ਉਹਨਾਂ ਦੀ। ਔਰ ਇੱਥੇ ਜਿਹੜੀ ਹੋਰ ਗੱਲਬਾਤ ਦੇਖਣ ਵਾਲੀ ਹੈ ਕਿ ਇਸ ਥਾਂ ਦੇ ਉੱਤੋਂ ਹੁਣ ਇਸ ਵੇਲੇ ਕੰਜ਼ਰਵੇਟਿਵ ਵੱਲੋਂ ਟੀਨਾ ਬੈਂਸ ਨੇ ਤੇ ਐਨਡੀਪੀ ਵੱਲੋਂ ਸੋਨੀਆ ਆਂਦੀ ਨੇ। ਸੋ ਇਸ ਵੇਲੇ ਇਹ ਮੁਕਾਬਲਾ ਕਿਸ ਤਰ੍ਹਾਂ ਦਾ ਹੁੰਦਾ। 15,266 ਦੀਆਂ 66 ਵੋਟਾਂ ਐਤਕੀ ਵੀ ਲੈ ਕੇ ਜਾਂਦੇ ਆ, ਦੂਜੇ ਨੰਬਰ ਵਾਲਾ ਕਿੱਥੇ ਜਾਂਦਾ, ਇਹ ਇੱਥੋਂ ਸਥਿਤੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਸਰੀ ਨਿਊਟਨ ਜਿਹੜੀ ਉਹ ਵੀ ਬੜੀ ਇੰਟਰਸਟਿੰਗ ਸੀਟ ਆ। ਸੁਖ ਧਾਲੀਵਾਲ ਹੁਣੀ ਪੁਰਾਣੇ ਇੱਥੇ ਮੈਂਬਰ ਪਾਰਲੀਮੈਂਟ ਨੇ, ਕਾਫੀ ਉਹਨਾਂ ਦਾ ਹੋਲਡ ਆ ਇਸ ਸੀਟ ਦੇ ਉੱਤੇ। ਲਿਬਰਲ ਦੀਆਂ ਜਿਹੜੀਆਂ ਸਭ ਤੋਂ ਸੇਫ ਸੀਟਾਂ ਮੰਨੀਆਂ ਜਾਂਦੀਆਂ ਉਹਨਾਂ ਦੇ ਵਿੱਚੋਂ ਇਹ ਸੀਟ ਇੱਕ ਹੈਗੀ ਆ। 2019 ਦੇ ਵਿੱਚ ਜਿੱਤੇ ਸੀਗੇ ਸੁਖ ਧਾਲੀਵਾਲ। ਇੱਥੋਂ ਹੀ ਉਹ 45% ਵੋਟਾਂ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਮਿਲੀਆਂ ਸੀ। ਜਿਹੜੇ ਇਸ ਵੇਲੇ ਇੱਥੋਂ ਕੰਜ਼ਰਵੇਟਿਵ ਦੇ ਸਈਦ ਮੋਹਸਿਨ ਖੜੇ ਨੇ, ਲਿਬਰਲ ਵੱਲੋਂ ਸੁਖ ਧਾਲੀਵਾਲ ਹੈ ਹੀ ਨੇ। ਐਨਡੀਪੀ ਵੱਲੋਂ ਅਵਨੀਤ ਜੌਲ ਦੱਸੇ ਜਾ ਰਹੇ ਆ ਕਿ ਉਹ ਉਮੀਦਵਾਰ ਨੇ। ਪੀਪੀਸੀ ਪਾਰਟੀ ਵੱਲੋਂ ਜੈਨੀਫਰ ਸਿੰਘ ਇੱਥੋਂ ਖੜੇ ਨੇ। 18,328 ਵੋਟਾਂ ਸੁਖ ਧਾਲੀਵਾਲ ਨੂੰ ਪਿਛਲੀ ਵਾਰੀ ਪਈਆਂ ਸੀ। ਦੂਜੇ ਨੰਬਰ ਤੇ ਜਿਹੜੇ ਪ੍ਰਸਿੱਧ ਰੇਡੀਓ ਹੋਸਟ ਨੇ ਸਰਦਾਰ ਹਰਜੀਤ ਸਿੰਘ ਗਿੱਲ, ਐਨਡੀਪੀ ਵੱਲੋਂ 11,854 ਵੋਟਾਂ ਉਹਨਾਂ ਨੂੰ ਪਈਆਂ ਸੀ। ਫਰਕ ਕਾਫੀ ਸੀ, 7,000 ਵੋਟ ਦਾ ਫਰਕ। 18,328 ਸੁਖ ਧਾਲੀਵਾਲ ਤੇ 11,854 ਹਰਜੀਤ ਸਿੰਘ ਗਿੱਲ ਉਹਨਾਂ ਨੂੰ ਪਈਆਂ ਸੀ। ਹੁਣ ਇੱਥੇ ਵੀ ਉਹੀ ਸਮੱਸਿਆ ਹੈ ਜਿਹੜੀ ਸਰੀ ਸੈਂਟਰ ਦੇ ਵਿੱਚ ਸੀਗੀ। ਜਿਹੜੇ ਸਰੀ ਸੈਂਟਰ ਦੇ ਵਿੱਚ ਪਿਛਲੀ ਵਾਰੀ ਐਨਡੀਪੀ ਦੇ ਉਮੀਦਵਾਰ ਸੀ ਸਰਜੀਤ ਸਿੰਘ ਸਰਾਂ, ਜਿਹੜੇ 11,000 ਵੋਟ ਲੈ ਕੇ ਗਏ ਸੀ, ਉੱਥੋਂ ਉਹ ਚੋਣ ਨਹੀਂ ਲੜ ਰਹੇ। ਇੱਧਰੋਂ ਹਰਜੀਤ ਸਿੰਘ ਗਿੱਲ ਪਿਛਲੀ ਵਾਰੀ ਚੰਗੀਆਂ ਵੋਟਾਂ ਲੈ ਕੇ ਗਏ ਸੀ, 11,854, ਉਹ ਐਤਕੀ ਚੋਣ ਨਹੀਂ ਲੜ ਰਿਹਾ। ਸੋ ਦੋਵਾਂ ਥਾਵਾਂ ਤੋਂ ਐਨਡੀਪੀ ਦੇ ਉਮੀਦਵਾਰ ਬਦਲ ਗਏ ਆ। ਕੰਜ਼ਰਵੇਟਿਵ ਦੇ ਪੁਰਾਣੇ ਇੱਥੋਂ ਚੋਣ ਲੜਦੇ ਆ ਹਰਪ੍ਰੀਤ ਸਿੰਘ, ਉਹ ਵੀ ਪ੍ਰਸਿੱਧ ਰੇਡੀਓ ਹੋਸਟ ਨੇ। 8511 ਵੋਟਾਂ ਹਰਪ੍ਰੀਤ ਸਿੰਘ ਲੈ ਕੇ ਗਏ ਸੀ। ਸੋ ਇੱਥੇ ਫਰਕ ਬਹੁਤ ਜ਼ਿਆਦਾ ਆ, ਕਿਉਂਕਿ ਇਸ ਵੇਲੇ ਹਰਜੀਤ ਸਿੰਘ ਗਿੱਲ ਵੀ ਚੋਣ ਨਹੀਂ ਲੜ ਰਹੇ। ਚੋਣ ਵੀ ਨਵਾਂ ਉਮੀਦਵਾਰ ਆ ਅਵਨੀਤ ਜੌਲ, ਤੇ ਉਧਰੋਂ ਜਿਹੜੇ ਕੰਜ਼ਰਵੇਟਿਵ ਦੇ ਆ ਉਹ ਵੀ ਹਰਪ੍ਰੀਤ ਸਿੰਘ ਹੋਣੀ ਹੈ ਨਹੀਂ, ਉਧਰ ਵੀ ਸਈਦ ਮੋਹਸਿਨ ਆ। ਇੱਥੇ ਹੁਣ ਗੱਲਬਾਤ ਕਿੱਧਰਲੇ ਪਾਸੇ ਨੂੰ ਜਾਂਦੀ ਆ? ਸੁਖ ਧਾਲੀਵਾਲ ਹੋਰ ਜ਼ਿਆਦਾ ਵੋਟਾਂ ਦੇ ਨਾਲ ਜਿੱਤਦੇ ਆ, ਇਹੀ ਮਾਰਜਨ ਕਾਇਮ ਰੱਖਦੇ ਆ, ਜਾਂ ਕੀ ਗੱਲਬਾਤ ਹੁੰਦੀ? ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਕਿ ਕਿਹੜੇ ਪਾਸੇ ਨੂੰ ਗੱਲਬਾਤ ਜਾਂਦੀ ਆ ਸਰੀ ਨਿਊਟਨ ਤੋਂ। ਐਬਸਫੋਰਡ ਦੇ ਵਿੱਚ ਪਿਛਲੀ ਵਾਰੀ ਕੰਜ਼ਰਵੇਟਿਵ ਐਡਫਾਸਟ ਜਿੱਤੇ ਸੀਗੇ, ਔਰ ਐਡਫਾਸਟ ਦੀ ਜਿੱਤ ਏਡੀ ਵੱਡੀ ਸੀ ਕਿ ਜਿਹੜੀਆਂ 6ਵੀਂ ਟਰਮ ਦੇ ਵਿੱਚ ਸ਼ਾਇਦ ਇਹ ਮੈਂਬਰ ਪਾਰਲੀਮੈਂਟ ਸੀਗੇ ਕਿ ਜਿੰਨੇ ਬਾਕੀ 4 ਜਣਿਆਂ ਦੀਆਂ ਰਲਾ ਕੇ ਉਨੀਆਂ ਨਹੀਂ ਸੀ ਬਣਦੀਆਂ ਜਿੰਨੀਆਂ ਇਹਨਾਂ ਦੀਆਂ ਇਕੱਲਿਆਂ ਦੀਆਂ ਸੀਗੀਆਂ। ਇਸ ਵਾਰੀ ਉੱਥੋਂ ਐਡਫਾਸਟ ਚੋਣ ਲੜ ਰਹੇ ਨੇ ਕੰਜ਼ਰਵੇਟਿਵ ਵੱਲੋਂ ਹੀ, ਗ੍ਰੀਨ ਪਾਰਟੀ ਵੱਲੋਂ ਸਟੀਫਨ ਫਾਲਰ ਨੇ, ਤੇ ਲਿਬਰਲ ਪਾਰਟੀ ਵੱਲੋਂ ਕੁੜੀ ਨਵਰੀਨ ਗਿੱਲ ਚੋਣ ਲੜ ਰਹੀ ਆ। ਅੱਜ ਹੀ ਉਹ ਨੋਮੀਨੇਸ਼ਨ ਜਿੱਤੇ ਆ ਤੇ ਉਹਨਾਂ ਦਾ ਕਨਫਰਮ ਹੋਇਆ ਨਵਰੀਨ ਗਿੱਲ ਇੱਥੋਂ ਚੋਣ ਲੜ ਰਹੀ ਆ। ਤੇ ਐਨਡੀਪੀ ਦੇ ਮੈਡਲਿਨ ਸਰਵ ਤੇ ਪੀਪੀਸੀ ਦੇ ਜਿਹੜੇ ਕੈਵਨ ਸਿੰਕਲੇਅਰ ਇੱਥੋਂ ਚੋਣ ਲੜਾ ਰਹੇ ਨੇ। ਹੁਣ ਮੁੱਖ ਟੱਕਰ ਜਿਹੜੀ ਲੱਗਦੀ ਆ ਕਿ ਇੱਥੇ ਇਹਨਾਂ ਦੇ ਵਿੱਚ ਹੀ ਹੋਣੀ ਆ। ਕੀ ਇਹ ਐਨਡੀਪੀ ਟੱਕਰ ਦੇ ਜਿਹੜੀ ਲਿਬਰਲ ਆ ਉਹ ਟੱਕਰ ਦੇ ਸਕਦੀ ਹੈ ਨਵਰੀਨ ਗਿੱਲ ਐਡਫਾਸਟ ਨੂੰ, ਜਦੋਂ ਕਿ ਉਹ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਸੀਗੇ? ਇਹ ਵੀ ਦੇਖਣਾ ਹੋਊਗਾ। ਇਹ ਵੀ ਕਿਹਾ ਜਾਂਦਾ ਕਿ ਕੰਜ਼ਰਵੇਟਿਵ ਦੀ ਜਿਹੜੀ ਸੇਫ ਸੀਟ ਆ ਉਹ ਐਬਸਫੋਰਡ ਦੀ ਸੀਟ ਹੈਗੀ ਆ, ਪਰ ਇਸ ਵਾਰੀ ਉਮੀਦਵਾਰ ਕਿਉਂਕਿ ਪੰਜਾਬੀ ਆ, ਨਵਰੀਨ ਗਿੱਲ ਆ, ਮੁਕਾਬਲਾ ਸਖਤ ਹੋ ਸਕਦਾ। ਬਰਨਵੀ ਸਾਊਥ ਦੀ ਸੀਟ ਬਹੁਤ ਇੰਪੋਰਟੈਂਟ ਆ ਕਿਉਂਕਿ ਇੱਥੇ ਐਨਡੀਪੀ ਦੇ ਰਾਸ਼ਟਰੀ ਪ੍ਰਧਾਨ ਜਗਮੀਤ ਸਿੰਘ ਚੋਣ ਲੜਦੇ ਆ। 2019 ਦੇ ਵਿੱਚ ਉਹਨਾਂ ਨੇ ਇੱਥੋਂ ਚੋਣ ਲੜੀ ਸੀ ਤੇ ਚੋਣ ਲੜ ਕੇ ਇੱਥੋਂ ਉਹ ਚੋਣ ਜਿਹੜਾ ਜਿੱਤੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਔਰ ਬਰਨਵੀ ਸਾਊਥ ਤੋਂ ਫਰਵਰੀ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਹੋਈ ਸੀ, ਉਹਦੇ ਤੋਂ ਬਾਅਦ ਇਹ ਓਨਟਾਰੀਓ ਤੋਂ ਇੱਥੇ ਆਏ ਸੀ। 36-37% ਵੋਟਾਂ ਇਹਨਾਂ ਨੂੰ ਇੱਥੋਂ ਇਸ ਰਾਈਡਿੰਗ ਵਿੱਚੋਂ ਪਈਆਂ ਸੀ। ਇਹ ਸਾਰੇ ਕੁਝ ਦੇ ਹੁਣ ਇਸ ਵੇਲੇ ਉੱਥੇ ਕੀ ਸਥਿਤੀ ਆ? ਕੰਜ਼ਰਵੇਟਿਵ ਲਿਕੀ ਲਾਵ ਜੀ, ਲਿਬਰਲ ਬ੍ਰੀਆ ਸੈਮੀ, ਐਨਡੀਪੀ ਜਗਮੀਤ ਸਿੰਘ ਤੇ ਪੀਪੀਸੀ ਦੇ ਹਜੇ ਕੈਂਡੀਡੇਟ ਇੱਥੋਂ
ਅਨਾਊਂਸ ਹੋਣਾ ਆ। ਸੋ ਪਿਛਲੀ ਵਾਰੀ ਜਗਮੀਤ ਸਿੰਘ ਹੋਰਾਂ ਨੂੰ 16,753 ਵੋਟਾਂ ਪਈਆਂ ਸੀ ਤੇ ਜਿਹੜੇ ਜੇ ਸ਼ਿਨ ਨੇ ਕੰਜ਼ਰਵੇਟਿਵ ਦੇ 13,887 ਵੋਟਾਂ ਉਹਨਾਂ ਨੂੰ ਪਈਆਂ ਸੀ। 3,000 ਵੋਟ ਦਾ ਫਰਕ ਸੀਗਾ ਕਿ 10,000 ਨੀਲਮ ਬਰਾੜ ਲਿਬਰਲ ਪਾਰਟੀ ਵੱਲੋਂ ਵੀ ਉੱਥੋਂ ਵੋਟਾਂ ਲੈ ਗਏ ਸੀ। ਸੋ 2400 ਜਿਹੜੀਆਂ 81 ਵੋਟਾਂ ਬ੍ਰੈਨਨ ਵਾਟਰ ਨੂੰ ਪਈਆਂ ਸੀ ਗ੍ਰੀਨ ਪਾਰਟੀ ਨੂੰ। ਇੱਥੋਂ ਹੁਣ ਜਿਹੜਾ ਜਗਮੀਤ ਸਿੰਘ ਹੋਰਾਂ ਨੂੰ 16,753 ਵੋਟਾਂ ਪਈਆਂ ਸੀ, ਕੀ ਇੱਥੇ ਕੰਜ਼ਰਵੇਟਿਵ ਮੁਕਾਬਲਾ ਦੇ ਸਕਦੀ ਹੈ ਜਿਹੜੀ 13,000 ਵੋਟ ਲੈ ਕੇ ਗਈ ਸੀ, ਜਾਂ ਲਿਬਰਲ ਉੱਤੇ ਆਉਂਦੀ ਹੈ ਜਿਹੜੀ 10,000 ਵੋਟ ਲੈ ਕੇ ਗਈ ਸੀ। ਇੱਥੇ ਵੀ ਜਿਹੜੀ ਸਥਿਤੀ ਆ ਉਹ ਕਾਫੀ ਦਿਲਚਸਪ ਰਹੂਗੀ ਕਿਉਂਕਿ ਰਾਸ਼ਟਰੀ ਪ੍ਰਧਾਨ ਨੇ ਸਦਾ ਜਗਮੀਤ ਸਿੰਘ ਹੋਣੀ, ਇਸ ਕਰਕੇ ਇਹ ਸੀਟ ਦੇ ਉੱਤੇ ਵੀ ਸਾਰੇ ਕੈਨੇਡਾ ਦੀਆਂ ਨਜ਼ਰਾਂ ਜਿਹੜੀਆਂ ਉਹ ਟਿਕੀਆਂ ਹੁੰਦਾ। ਇੱਕ ਹੋਰ ਸੀਟ ਬਹੁਤ ਇੰਪੋਰਟੈਂਟ ਆ ਇੱਥੇ, ਵੈਨਕੂਵਰ ਸਾਊਥ ਦੇ ਵਿੱਚ ਜਿਹੜੇ ਲਿਬਰਲ ਡਿਫੈਂਸ ਮਿਨਿਸਟਰ ਨੇ ਹਰਜੀਤ ਸਿੰਘ ਸੱਜਣ, ਲਿਬਰਲ ਪਾਰਟੀ ਦੇ ਸਾਡੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ ਹਰਜੀਤ ਸਿੰਘ ਸੱਜਣ, ਫਾਰਮਰ ਵੈਨਕੂਵਰ ਪੁਲਿਸ ਆਫੀਸਰ ਨੇ, ਬਹੁਤ ਚਰਚਾ ਦੇ ਵਿੱਚ ਰਹੇ ਨੇ। ਇੱਥੋਂ ਦੂਜੀ ਵਾਰੀ ਉਹਨਾਂ ਨੇ ਚੋਣ ਜਿੱਤੀ ਸੀ ਵੈਨਕੂਵਰ ਸਾਊਥ ਤੋਂ 2019 ਦੇ ਵਿੱਚ 41% ਦੇ ਕਰੀਬ ਵੋਟਾਂ ਲੈ ਕੇ ਗਏ ਸੀ, ਬਹੁਤ ਵੱਡੀ ਉਹਨਾਂ ਦੀ ਜਿੱਤ ਸੀ। ਇਸ ਵੇਲੇ ਉੱਥੋਂ ਕੰਜ਼ਰਵੇਟਿਵ ਦੇ ਸੁਖਵੀਰ ਸਿੰਘ ਗਿੱਲ ਚੋਣ ਲੜ ਰਹੇ ਆ ਲਿਬਰਲ ਹਰਜੀਤ ਸਿੰਘ ਸੱਜਣ ਦੇ ਉਲਟ। ਇੱਥੇ ਵੀ ਮੁਕਾਬਲਾ ਜਿਸ ਤਰ੍ਹਾਂ ਦਾ ਵੀ ਹੁੰਦਾ, ਪਰ ਸੀਟ ਇਹਦੇ ਉੱਤੇ ਵੀ ਨਿਗਾਹ ਟਿਕੀ ਹੈ ਕਿਉਂਕਿ ਕੈਨੇਡਾ ਦੇ ਡਿਫੈਂਸ ਮਿਨਿਸਟਰ ਸਾਡੇ ਪੰਜਾਬੀ ਉੱਥੋਂ ਚੋਣ ਲੜ ਰਹੇ ਆ। ਉਹਨਾਂ ਦੇ ਕੰਜ਼ਰਵੇਟਿਵ ਵੱਲੋਂ ਵੀ ਸੁਖਵੀਰ ਸਿੰਘ ਗਿੱਲ ਨੇ, ਪੰਜਾਬੀ ਨੇ। ਸੋ ਇਹ ਗੱਲਬਾਤ ਕਿੱਥੇ ਕੁ ਜਾਂਦੀ ਹੈ ਵੀ ਦੇਖਣ ਵਾਲੀ ਹੋਊਗੀ। ਸੀਨ ਮਕਲੇਨ NDP ਦੇ ਨੇ ਤੇ PPC ਦੇ ਐਂਥਨੀ ਕੁੱਕ। ਹਰਜੀਤ ਸਿੰਘ ਸੱਜਣ ਹੋਣਾ ਨੂੰ 17,442 ਵੋਟਾਂ ਪਈਆਂ ਸੀ ਤੇ ਦੂਜੇ ਨੰਬਰ ਤੇ ਉਸ ਵੇਲੇ ਕੰਜ਼ਰਵੇਟਿਵ ਦੇ ਵਾਈ ਯੋਂਗ ਸੀ ਜਿਨ੍ਹਾਂ ਨੂੰ 14,222 ਪਈਆਂ ਸੀ। ਸੋ 3,000 ਵੋਟਾਂ ਦਾ ਫਰਕ ਇੱਥੇ ਸੀਗਾ ਵੈਨਕੂਵਰ ਸਾਊਥ ਦੇ ਵਿੱਚ ਹਰਜੀਤ ਸਿੰਘ ਸੱਜਣ ਹੋਣਾ ਵਾਲੀ ਰਾਈਡਿੰਗ ਦੇ ਵਿੱਚ। ਤੀਜੇ ਨੰਬਰ ਤੇ NDP ਨੂੰ 7800 ਵੋਟ ਇੱਥੋਂ ਪਈ ਸੀ ਤੇ ਗ੍ਰੀਨ ਪਾਰਟੀ ਵੀ 2300 ਵੋਟ ਵੈਨਕੂਵਰ ਸਾਊਥ ਤੋਂ ਲੈ ਗਈ ਸੀ। PPC ਜਿਹੜੀ ਸੀਗੀ ਉਹ ਵੀ 527 ਵੋਟਾਂ ਲੈ ਕੇ ਗਈ ਸੀ। ਸੋ ਇੱਥੇ ਵੀ ਥੋੜ੍ਹਾ ਜਿਹਾ ਮੁਕਾਬਲਾ ਦਿਲਚਸਪ ਆ ਕਿਉਂਕਿ ਮਾਰਜਨ ਸੀਗਾ ਇਹਨਾਂ ਦਾ 17,000 ਤੇ 14,000 ਦੇ ਵਿਚਕਾਰ 3,000 ਵੋਟ ਦਾ। ਇੱਥੇ ਵੀ ਇਹ ਵੀ ਜਿਹੜੀ ਲਿਬਰਲ ਦੀ ਇੱਕ ਸੇਫ ਸੀਟ ਆ, ਪਰ ਮੁਕਾਬਲਾ ਇੱਥੇ ਵੀ ਦਿਲਚਸਪ ਹੋਊਗਾ ਕਿਉਂਕਿ ਦੂਜੇ ਪਾਸੇ ਜਿਹੜੇ ਇਸ ਵੇਲੇ ਚੋਣ ਲੜ ਰਹੇ ਨੇ ਹਰਜੀਤ ਸਿੰਘ ਸੱਜਣ ਹੋਣਾ ਦੇ ਖਿਲਾਫ ਕੰਜ਼ਰਵੇਟਿਵ ਪਾਰਟੀ ਵੱਲੋਂ, ਉਹ ਵੀ ਸੁਖਵੀਰ ਸਿੰਘ ਗਿੱਲ ਨੇ। ਇੱਥੇ ਵੀ ਮੁਕਾਬਲਾ ਦਿਲਚਸਪ ਹੋਣ ਦੀ ਆਸ ਮੰਨੀ ਜਾਂਦੀ ਹੈ। ਸਰੀ ਦੇ ਨਾਲ ਹੀ ਕਲੋਵਰਡੇਲ ਲੈਂਗਲੀ ਵਾਲੀ ਸੀਟ ਜਿਹੜੀ ਇਹ ਵੀ ਕਾਫੀ ਚਰਚਾ ਦੇ ਵਿੱਚ ਆ। ਕੰਜ਼ਰਵੇਟਿਵ ਉਮੀਦਵਾਰ ਇੱਥੋਂ ਜਿਹੜੀ 2019 ਦੇ ਵਿੱਚ ਟਮਾਰਾ ਜੈਨਸਨ ਜਿੱਤੀ ਸੀਗੀ, ਉਹਨਾਂ ਨੇ ਬਹੁਤ ਨੈਰੋ ਵਿਕਟਰੀ ਸੀਗੀ, 20,936 ਵੋਟਾਂ ਉਹਨਾਂ ਨੂੰ ਪਈਆਂ ਸੀ ਤੇ ਦੂਜੇ ਪਾਸੇ ਜਿਹੜੇ ਲਿਬਰਲ ਕੈਂਡੀਡੇਟ ਸੀਗੇ ਜੌਨ ਐਲਡਕ, ਉਹਨਾਂ ਨੂੰ 19,542 ਵੋਟਾਂ ਪਈਆਂ ਸੀ। ਥੋੜ੍ਹੀਆਂ ਜਿਹੀਆਂ ਵੋਟਾਂ ਦੇ ਫਰਕ ਦੇ ਨਾਲ ਕੰਜ਼ਰਵੇਟਿਵ ਜਿੱਤ ਗਏ ਸੀ। ਉਹ ਤੋਂ ਪਹਿਲਾਂ ਜੌਨ ਐਲਡਕ ਇੱਥੋਂ ਜਿੱਤਦੇ ਰਹੇ ਆ। ਹੁਣ ਇਸ ਵੇਲੇ ਜਿਹੜੀ ਲਗਭਗ ਉਹੀ ਸਥਿਤੀ ਆ, ਕੰਜ਼ਰਵੇਟਿਵ ਦੀ ਟਮਾਰਾ ਜੈਨਸਨ ਤੇ ਲਿਬਰਲ ਦੇ ਜੌਨ ਐਲਡਕ ਤੇ NDP ਵੱਲੋਂ ਰਜੇਸ਼ ਜੈ ਪ੍ਰਕਾਸ਼ ਇੱਥੋਂ ਚੋਣ ਲੜ ਰਹੇ ਨੇ। ਸੋ ਮੁਕਾਬਲਾ ਮੁੱਖ ਤੌਰ ਤੇ ਬਹੁਤਾ ਕੰਜ਼ਰਵੇਟਿਵ ਤੇ ਲਿਬਰਲ ਦੇ ਵਿੱਚ ਹੀ ਇੱਥੇ ਹੋਣਾ, ਪਰ NDP ਦੇ ਉਮੀਦਵਾਰ ਰਜੇਸ਼ ਜੈ ਪ੍ਰਕਾਸ਼ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ। ਸੋ ਤੇ ਇਸੇ ਤਰ੍ਹਾਂ PPC ਦੇ ਯਾਨ ਕੈਨੇਡੀ ਵੀ ਇਹਦੇ ਚੋਣ ਦੇ ਵਿੱਚ ਸ਼ਾਮਲ ਨੇ। ਸੋ ਇੱਥੇ ਵੀ ਮੁਕਾਬਲਾ ਦਿਲਚਸਪ ਹੋ ਸਕਦਾ। ਕੈਨ ਹਾਰਡੀ ਦੀ ਜਿਹੜੀ ਰਾਈਡਿੰਗ ਆ ਫਲੀਟਵੁੱਡ ਪੋਰਟ ਕੈਲਜ਼, ਇਸ ਇਲਾਕੇ ਦੇ ਉੱਤੇ ਵੀ ਕਾਫੀ ਦਿਲਚਸਪ ਰਹੀ ਆ। ਉਹਨਾਂ ਨੇ 2019 ਦੇ ਵਿੱਚ ਇੱਥੋਂ ਜਿੱਤੇ ਸੀਗੇ, 37% ਦੇ ਵੋਟਾਂ ਉਹਨਾਂ ਨੂੰ ਪਈਆਂ ਸੀ। ਇਸ ਵੇਲੇ ਕੰਜ਼ਰਵੇਟਿਵ ਵੱਲੋਂ ਉੱਥੋਂ ਪੰਜਾਬੀ ਚੋਣ ਲੜ ਰਹੇ ਨੇ ਡੇਵ ਹੇਅਰ ਦੇ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜਨ ਦੇ ਨਾਲ ਇੱਥੇ ਵੀ ਜਿਹੜੀ ਦਿਲਚਸਪੀ ਆ ਉਹ ਖਾਸ ਕਰ ਪੰਜਾਬੀ ਭਾਈਚਾਰੇ ਦੀ ਜ਼ਿਆਦਾ ਹੋ ਜਾਂਦੀ ਹੈ। ਲਿਬਰਲ ਤੁਹਾਨੂੰ ਪਤਾ ਉੱਥੋਂ ਉਮੀਦਵਾਰ ਕੈਨ ਹਾਰਡੀ ਜਿੱਤਦੇ ਰਹੇ ਨੇ, NDP ਦੇ ਹਜੇ ਉੱਥੋਂ ਸ਼ਾਇਦ ਡਿਸਾਈਡ ਨਹੀਂ ਹੋਏ ਤੇ PPC ਦੇ ਅੰਮ੍ਰਿਤ ਬਿਰਿੰਗ ਦੱਸੇ ਜਾ ਰਹੇ ਨੇ ਇੱਥੋਂ ਉਮੀਦਵਾਰ। ਸੋ ਇਹ ਕੁਝ ਸੀਟਸ ਨੇ ਜਿੱਥੇ ਜਿਹੜੀ ਆ ਚੋਣਾਂ ਜਾਂ ਤਾਂ ਇਹ ਸੀਟਾਂ ਮਹੱਤਵਪੂਰਨ ਨੇ ਜਾਂ ਦਿਲਚਸਪ ਨੇ, ਜਾਂ ਇਹਨਾਂ ਸੀਟਾਂ ਦੇ ਉੱਤੇ ਘੱਟੋ ਘੱਟ ਪੰਜਾਬੀਆਂ ਦੀ ਕਾਫੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ। ਅਗਲੀ ਖਬਰ ਦੋਸਤੋ ਅਫਗਾਨਿਸਤਾਨ ਤੋਂ ਆ। ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਜਿਹੜੇ ਵੀ ਅਮਰੀਕਨ ਉੱਥੇ ਫਸੇ ਆ ਉਹਨਾਂ ਨੂੰ ਕੱਢਿਆ ਜਾਊਗਾ। ਉਹਦੇ ਨਾਲ ਨਾਲ ਜਿਹਨਾਂ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲਿਆਂ ਨੇ ਅਮਰੀਕਾ ਦੀ ਇਸ ਲੜਾਈ ਦੇ ਵਿੱਚ ਮਦਦ ਕੀਤੀ ਸੀ ਉਹਨਾਂ ਨੂੰ ਕੱਢਿਆ ਜਾਊਗਾ। ਅੱਜ ਸ਼ੁੱਕਰਵਾਰ ਨੂੰ ਜਿਹੜਾ ਉਹਨੇ ਬਿਆਨ ਦਿੱਤਾ, ਇਹਦੇ ਵਿੱਚ ਗੱਲਬਾਤ ਉਹਨੇ ਸਪਸ਼ਟ ਕੀਤੀ ਆ ਕਿ ਜਿਹੜੇ ਲੋਕ ਵੀ ਸਾਡੇ ਮਦਦ ਕਰਨ ਵਾਲੇ ਸੀ, ਬਹੁਤ ਵੱਡਾ ਵਿਰੋਧ ਹੋ ਰਿਹਾ ਉੱਥੇ ਅਫਗਾਨਿਸਤਾਨ ਦੇ ਵਿੱਚ। ਅਮਰੀਕਾ ਦੀ ਫੌਜ ਉੱਥੇ ਸੀ, ਤਾਲਿਬਾਨ ਦੇ ਨਾਲ ਲੜਾਈ ਚੱਲ ਰਹੀ ਆ। ਬਹੁਤ ਸਾਰੇ ਅਫਗਾਨਿਸਤਾਨ ਦੇ ਰਹਿਣ ਵਾਲੇ ਅਮਰੀਕਾ ਦਾ ਸਾਥ ਦੇ ਰਹੇ ਸੀ। ਅਮਰੀਕਾ ਨੇ ਆਪਣੀਆਂ ਫੌਜਾਂ ਨੂੰ ਉੱਥੋਂ ਬਾਹਰ ਕੱਢ ਲਿਆ। ਜਿਹੜੇ ਲੋਕ ਉੱਥੇ ਅਮਰੀਕਾ ਦਾ ਸਾਥ ਦੇ ਰਹੇ ਸੀ ਉਹ ਹੁਣ ਕਹਿ ਰਹੇ ਸੀ ਕਿ ਸਾਡਾ ਕੀ ਬਣੂਗਾ। ਤਾਲਿਬਾਨ ਨੇ ਸਿੱਧੀ ਧਮਕੀ ਦਿੱਤੀ ਹੈ ਜਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤਾਲਿਬਾਨ ਸਾਨੂੰ ਕਹਿ ਰਿਹਾ ਕਿ ਅਸੀਂ ਤੁਹਾਡੇ ਸਿਰ ਕਲਮ ਕਰ ਦੇਣੇ ਆ ਜਿਹਨਾਂ ਲੋਕਾਂ ਨੇ ਅਮਰੀਕਾ ਦਾ ਉਸ ਵੇਲੇ ਸਾਥ ਦਿੱਤਾ ਸੀ। ਉਹ ਕਹਿੰਦੇ ਅਸੀਂ ਇੱਥੇ ਜਦੋਂ ਵੀ ਉਹਨਾਂ ਨੂੰ ਲੱਭ ਲਿਆ ਉਹਨਾਂ ਨੇ ਸਾਨੂੰ ਮਾਰ ਦੇਣਾ, ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਕੱਢਿਆ ਜਾਵੇ।
ਉਹਨਾਂ ਦੇ ਲਈ ਹੁਣ ਰਾਸ਼ਟਰਪਤੀ ਨੇ ਵਾਅਦਾ ਕੀਤਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪੂਰੀ ਤਰ੍ਹਾਂ ਉਹਨਾਂ ਨੂੰ ਉੱਥੋਂ ਬਾਹਰ ਕੱਢ ਲਈਏ। ਜਿਹੜੇ ਵੀ ਉਹਨਾਂ ਦੇ ਨੇੜੇ ਦੇ ਫੈਮਿਲੀ ਮੈਂਬਰਸ ਨੇ ਰਹਿਣ ਵਾਲਿਆਂ ਦੇ, ਕਈ ਕਿਸਮ ਦੇ ਉੱਥੇ ਲੋਕ ਸੀਗੇ ਜਿਹੜੇ ਟਰਾਂਸਲੇਟਰ ਸੀਗੇ, ਜਿਹੜੇ ਟਰਾਂਸਲੇਟ ਕਰ ਰਹੇ ਸੀਗੇ, ਜਾਂ ਹੋਰ ਜਿਹੜੇ ਉੱਥੇ ਸੀਗੇ ਉਹ ਜਿਹੜੇ ਉਸ ਵੇਲੇ ਮਦਦ ਕਰ ਰਹੇ ਸੀ, ਉਹਨਾਂ ਨੂੰ ਵੀ ਉਹ ਕਹਿੰਦੇ ਅਸੀਂ ਕੱਢਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਹ ਇਸ ਵੇਲੇ ਸੰਕਟ ਵੱਡਾ ਬਣਿਆ ਆ ਉੱਥੇ ਕਿ ਜਿਹੜੇ ਬਾਹਰਲੇ ਸਿਟੀਜ਼ਨ ਨੇ ਉਹਨਾਂ ਨੂੰ ਤਾਂ ਉੱਥੋਂ ਕੱਢ ਲਿਆ ਜਾਊਗਾ, ਪਰ ਜਿਹੜੇ ਅਫਗਾਨਿਸਤਾਨ 'ਚ ਰਹਿਣ ਵਾਲੇ ਨੇ ਪਰ ਮਦਦ ਅਮਰੀਕਾ ਦੀ ਕਰਦੇ ਰਹੇ ਨੇ, ਜਿਹੜੇ ਹੁਣ ਤਾਲਿਬਾਨ ਦੀਆਂ ਅੱਖਾਂ ਦੇ ਵਿੱਚ ਰੜਕਣਗੇ ਉਹਨਾਂ ਦਾ ਕੀ ਬਣੂਗਾ। ਸੋ ਉਹ ਇਸ ਵੇਲੇ ਇੱਕ ਵੱਡੀ ਉੱਥੇ ਸਮੱਸਿਆ ਬਣਿਆ ਆ। ਕਾਬੁਲ 에ਅਰਪੋਰਟ ਦੇ ਵਿੱਚੋਂ ਕੱਢਿਆ ਇਹਨਾਂ ਨੇ ਉੱਥੋਂ, ਜਦੋਂ ਦਾ ਤਾਲਿਬਾਨ ਨੇ ਟੇਕ ਓਵਰ ਕੀਤਾ ਦੇਸ਼ ਨੂੰ, ਅਮਰੀਕਾ ਨੇ ਉੱਥੋਂ ਲੋਕਾਂ ਨੂੰ ਕੱਢਿਆ ਆ। ਇਸ ਵੇਲੇ ਇਸ ਗੱਲ ਦਾ ਕ੍ਰਿਟਿਸਿਜ਼ਮ ਜਿਹੜਾ ਜੋ ਬਾਈਡਨ ਦਾ ਕਾਫੀ ਹੋ ਰਿਹਾ ਹੈ ਕਿ ਜਿਸ ਕਿਸਮ ਦੀ ਉੱਥੇ ਸਿਚੁਏਸ਼ਨ ਬਣੀ ਆ, ਕਿ ਇਹ ਜਿਸ ਕਿਸਮ ਦੀ ਭੀੜ ਉੱਥੇ ਇਕੱਠੀ ਹੋਈ ਆ, ਜਿਸ ਕਿਸਮ ਦੀ ਉੱਥੇ ਸੇਫਟੀ ਆ, ਇਹਦੇ ਲਈ ਰਾਸ਼ਟਰਪਤੀ ਜੋ ਬਾਈਡਨ ਦੇ ਉੱਤੇ ਸਵਾਲ ਉੱਠ ਰਹੇ ਆ। ਇਵੈਕੂਏਸ਼ਨ ਫਲਾਈਟਸ ਜਿਹੜੀਆਂ ਕਾਬਲ 에ਅਰਪੋਰਟ ਤੋਂ ਬੰਦ ਹੋ ਗਈਆਂ ਸੀ ਕਈ ਘੰਟਿਆਂ ਦੇ ਲਈ ਅੱਜ ਸ਼ੁੱਕਰਵਾਰ ਨੂੰ, ਕਿਉਂਕਿ ਜਿਹੜਾ ਬੈਕਅਪ ਟ੍ਰਾਂਜ਼ਿਟ ਪੁਆਇੰਟ ਦੇ ਉੱਤੇ ਹੋ ਗਿਆ ਸੀ ਰਿਫਿਊਜੀਜ਼ ਦਾ। ਕਤਰ ਦੇ ਵਿੱਚ US 에ਅਰ ਬੇਸ ਦੇ ਉੱਤੇ US ਅਫੀਸ਼ੀਅਲ ਜਿਹੜੇ ਇਹ ਗੱਲਬਾਤ ਦੱਸ ਰਹੇ ਆ ਕਿ ਫਲਾਈਟਸ ਥੋੜ੍ਹਾ ਚਿਰ ਬਾਅਦ ਹੀ ਰਿਜ਼ਿਊਮ ਕਰ ਦਿੱਤੀਆਂ ਗਈਆਂ ਸੀ, ਉਹ ਸ਼ੁਰੂ ਹੋ ਗਈਆਂ ਅਤੇ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੀਆਂ ਫਲਾਈਟਸ ਉੱਥੇ ਪਹੁੰਚਣ ਦੀ ਆਸ ਕੀਤੀ ਜਾ ਰਹੀ ਆ। ਜਿਹੜੀਆਂ ਫਲਾਈਟਸ ਹੈਗੀਆਂ ਕੁਛ 1500 ਦੇ ਕਰੀਬ ਉੱਥੋਂ ਉਹਨਾਂ ਨੇ ਲੋਕਾਂ ਨੂੰ ਬਾਹਰ ਕੱਢਿਆ, ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ, ਅਤੇ ਇਹ ਯਤਨ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਚੱਲਦੇ ਆ। ਹਾਲਾਂਕਿ 31 ਅਗਸਤ ਡੈਡਲਾਈਨ ਉੱਥੇ ਦਿੱਤੀ ਆ, ਇਹਦੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਕਿ ਇਹ ਬਹੁਤ ਨੇੜੇ ਦੀ ਡੈਡਲਾਈਨ ਹੈਗੀ ਆ। ਉੱਥੇ ਇੱਕ ਹੋਰ ਮਿਲਟਰੀ 에ਅਰਕ੍ਰਾਫਟ ਜਿਹੜੇ ਇਵੈਕੂਏਟ ਕੀਤਾ 188 ਲੋਕਾਂ ਨੂੰ ਕਾਬਲ ਦੇ ਵਿੱਚੋਂ, ਜਿਹੜਾ ਕਿ ਪਹਿਲੀ ਕੈਨੇਡੀਅਨ ਫਲਾਈਟ ਆ ਜਦੋਂ ਦਾ ਤਾਲਿਬਾਨ ਨੇ ਉੱਥੇ ਟੇਕ ਓਵਰ ਕੀਤਾ ਹੈ ਅਫਗਾਨਿਸਤਾਨ ਦੀ ਰਾਜਧਾਨੀ ਦੇ ਵਿੱਚ। CC-177 ਗਲੋਬ ਮਾਸਟਰ 3 ਜਿਹੜਾ ਹੈਵੀ ਲਿਫਟ 에ਅਰਕ੍ਰਾਫਟ ਆ, ਉਹਨੇ ਉੱਥੋਂ ਜਿਹੜਾ ਉਹ ਉੱਡਿਆ ਹੈ ਕਾਬਲ ਤੋਂ, ਅਤੇ ਉਹ ਕੁਵੈਤ ਦੇ ਵਿੱਚ ਜਾ ਕੇ ਅੱਜ ਸ਼ੁੱਕਰਵਾਰ ਨੂੰ ਲੈਂਡ ਕੀਤਾ ਹੈ। ਜਿਹੜੇ ਲੋਕ ਉੱਥੋਂ ਕੱਢੇ ਗਏ ਆ ਉਹਨਾਂ ਦੇ ਵਿੱਚ ਮੁਹੰਮਦ ਕਾਸਿਮ ਨਾਂ ਦਾ ਇੱਕ ਕੈਨੇਡੀਅਨ ਸਿਟੀਜ਼ਨ ਵੀ ਆ, ਜਿਹੜਾ ਕਾਬਲ ਦੇ ਵਿੱਚ 3 ਅਗਸਤ ਨੂੰ ਵਿਜ਼ਿਟ ਕਰਨ, ਆਪਣੀ ਮਦਰ ਨੂੰ ਉੱਥੇ ਵਿਜ਼ਿਟ ਕਰਨ ਗਿਆ ਸੀ। ਉਹਦੇ ਪਰਿਵਾਰ ਨੇ ਇਹ ਗੱਲ ਇੱਥੋਂ ਬਾਅਦ ਦੇ ਵਿੱਚ ਦੱਸੀ ਆ। ਹੁਣ ਬਾਕੀ ਲੋਕਾਂ ਨੂੰ ਉੱਥੋਂ ਕਦੋਂ ਕੱਢਿਆ ਜਾਂਦਾ, ਕਿਸ ਤਰੀਕੇ ਨਾਲ ਕੱਢਿਆ ਜਾਂਦਾ, ਜਿਨ੍ਹਾਂ ਨੇ ਅਮਰੀਕਾ ਦੀ ਮਦਦ ਕੀਤੀ ਸੀ ਉਹਨਾਂ ਦਾ ਕੀ ਬਣਦਾ, ਇਹ ਇੱਕ ਬਹੁਤ ਵੱਡਾ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਰਹੂਗਾ। ਅਤੇ ਭਵਿੱਖ ਕਿਸ ਤਰ੍ਹਾਂ ਦਾ ਹੁੰਦਾ ਅਫਗਾਨਿਸਤਾਨ ਦਾ, ਇਹ ਵੀ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਮਹੱਤਵਪੂਰਨ ਹੋਏਗਾ। ਜਿੱਦਾਂ ਜਿੱਦਾਂ ਚੋਣਾਂ ਨੇੜੇ ਆ ਰਹੀਆਂ ਉੱਦਾਂ ਕਈ ਕਿਸਮ ਦੇ ਵਿਵਾਦ ਵੀ ਸਾਹਮਣੇ ਆਉਣਗੇ। ਲਿਬਰਲ ਉਮੀਦਵਾਰ ਨੇ ਜੈਸਿਕਾ ਡੇਲ ਵਾਕਰ, ਉਹਨਾਂ ਨੇ ਮਾਫੀ ਮੰਗੀ ਆ ਕੈਲਗਰੀ ਤੋਂ। ਟਵਿੱਟਰ ਜਿਹੜਾ ਉਹਨਾਂ ਨੇ ਕੌਮੈਂਟ ਕੀਤਾ ਸੀ ਪਿਛਲੇ ਸਾਲ, ਜਿਹਦੇ ਵਿੱਚ ਲੋਕਾਂ ਨੂੰ ਕਿਹਾ ਸੀ ਕਿ ਜਿਹੜੇ ਪਹਿਲਾਂ ਵੈਕਸੀਨ ਲਵਾ ਰਹੇ ਆ ਕਿ ਉਹ ਇੱਕ ਉਸ ਤਰ੍ਹਾਂ ਦੇ ਜਾਨਵਰ ਨੇ ਜਿਨ੍ਹਾਂ ਦੇ ਉੱਤੇ ਤਜਰਬੇ ਕੀਤੇ ਜਾ ਰਹੇ ਆ। ਗੁਇਨਾ ਪਿਗ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਤਜਰਬੇ ਕਰਨ ਵਾਲੇ ਇਹ ਜਾਨਵਰ ਨੇ ਜਿਹੜੇ ਪਹਿਲਾਂ ਵੈਕਸੀਨ ਲਵਾ ਰਹੇ ਆ। ਉਹਦੇ ਉੱਤੇ ਹੁਣ ਕੈਲਗਰੀ ਨੋਵ ਹਿਲ ਤੋਂ ਕੈਂਡੀਡੇਟ ਨੇ, ਇਹ ਕਾਫੀ ਉਹਨਾਂ ਦੀ ਆਲੋਚਨਾ ਹੋਈ ਆ ਇਸ ਗੱਲਬਾਤ ਦੇ ਉੱਤੇ, ਅਤੇ ਹੁਣ ਉਹਨਾਂ ਨੇ ਜਿਹੜਾ ਇਸ ਚੀਜ਼ ਨੂੰ ਮਾਫੀ ਮੰਗੀ ਆ ਕਿ ਮੈਂ ਜਿਹੜਾ ਕੌਮੈਂਟ ਕੀਤਾ ਸੀ ਉਸ ਵੇਲੇ ਠੀਕ ਨਹੀਂ ਸੀ। ਸੋ ਜਿੱਦਾਂ ਹੁਣ ਇਲੈਕਸ਼ਨ ਨੇੜੇ ਆ ਰਹੀ ਆ ਉੱਦਾਂ ਜਿਹੜੇ ਕੈਂਡੀਡੇਟਸ ਨੇ, ਜਿਹੜੇ ਉਮੀਦਵਾਰ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੁਛ ਕੀਤਾ ਆ, ਉਹ ਵੀ ਹੌਲੀ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਅੱਗੇ ਲੈ ਕੇ ਆ ਰਹੀਆਂ। ਇੱਕ ਹੋਰ ਉਹਨਾਂ ਦਾ ਵਿਵਾਦਤ ਜਿਹੜਾ ਬਿਆਨ ਸੀਗਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਲਬਰਟਾ ਸ਼ੁੱਡ ਫਿਟ ਇਨ ਔਰ F-off। ਇਸ ਕੌਮੈਂਟ ਦੇ ਉੱਤੇ ਵੀ ਜਿਹੜਾ ਕਾਫੀ ਗੱਲਬਾਤ ਚੱਲੀ ਆ, ਇਹਦੇ ਉੱਤੇ ਵੀ ਕਾਫੀ ਜਿਹੜੀ ਕ੍ਰਿਟਿਸਿਜ਼ਮ ਕੀਤਾ ਗਿਆ ਸੀ ਇਹ ਸਾਰੇ ਕੁਛ ਦੇ ਉੱਤੇ। ਕੈਲਗਰੀ ਨੋਜ਼ ਹਿਲ ਕੈਂਡੀਡੇਟ ਜਿਹੜੇ ਨੇ ਇਸੇ ਗੱਲ ਕਰਕੇ ਕੁਛ ਹੋਰ ਕਮੈਂਟ ਉਹਨਾਂ ਦੇ ਜਿਹੜੇ ਸੀਗੇ ਉਸ ਮਾਮਲਿਆਂ ਦੇ ਵਿੱਚ, ਅਤੇ ਇਹ ਸਾਰੀ ਗੱਲਬਾਤ ਦੇ ਕਰਕੇ ਕਾਫੀ ਚਰਚਾ ਦੇ ਵਿੱਚ ਨੇ। ਅਤੇ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਲੈਕਸ਼ਨ ਹੋਰ ਨੇੜੇ ਆਉਂਦੀ ਆ, ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਇਸ ਕੈਂਡੀਡੇਟ ਨੇ ਆਪਣੀ ਜਿਹੜੀ ਡੇਲ ਵਾਕਰ ਨੇ ਕੈਂਸਲ ਕੀਤੀ ਹੈ ਬਹੁਤ ਸਾਰੀਆਂ ਪਲੈਨਸ ਜਿਹੜੀਆਂ ਰਿੰਕ ਐਡਮੌਂਡ ਦੇ ਵਿੱਚ ਜਾ ਕੇ ਫਰਾਈਡੇ ਨੂੰ ਉਹਨਾਂ ਨੇ ਇਲੈਕਟਰ ਸਿਗਨੇਚਰ ਕਲੈਕਟ ਕਰਨੇ ਸੀ, ਉਹਨੂੰ ਵੀ ਉਹਨਾਂ ਨੇ ਰੋਕਿਆ ਆਪਣੇ ਟਵਿੱਟਰ ਅਕਾਊਂਟ ਦੇ ਉੱਤੋਂ। ਜਿਹੜਾ ਕੰਟਰੋਵਰਸ਼ੀਅਲ ਟਵੀਟ ਸੀਗਾ ਉਸ ਮਾਮਲੇ ਦੇ ਵਿੱਚ, ਅਤੇ ਜਿਹੜੀ ਉਹਨਾਂ ਨੇ ਸਟੇਟਮੈਂਟ ਇਸ਼ੂ ਕੀਤੀ ਹੈ ਜਾਂ ਉਹਨਾਂ ਦੇ ਬਿਹਾਫ ਦੇ ਉੱਤੇ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਆ, ਅਪੋਲੋਜਾਈਜ਼ ਕੀਤਾ ਇਸ ਸਾਰੇ ਕੁਛ ਦੇ ਉੱਤੇ। ਖਾਸ ਕਰ ਜਿਹੜਾ ਵੈਕਸੀਨ ਦੇ ਮਾਮਲੇ ਵਿੱਚ ਉਹਨਾਂ ਦਾ ਕੌਮੈਂਟ ਸੀਗਾ। ਵੈਕਸੀਨ ਦੇ ਉੱਤੇ ਬੜੀਆਂ ਸਪਸ਼ਟ ਦੋ ਰਾਵਾਂ ਰਹੀਆਂ। ਇੱਕ ਤੇ ਸ਼ਰੇਆਮ ਇਹ ਕਹਿ ਰਹੀ ਸੀ ਕਿ ਜਿਹੜੇ ਵੈਕਸੀਨ ਲਵਾਉਣ ਵਾਲੇ ਨੇ ਉਹ ਸਿਰਫ ਉਸ ਤਰ੍ਹਾਂ ਜਿਵੇਂ ਚੂਹਿਆਂ ਦੇ ਉੱਤੇ, ਜਾਨਵਰਾਂ ਦੇ ਉੱਤੇ ਐਕਸਪੈਰੀਮੈਂਟ ਕੀਤੇ ਜਾਂਦੇ, ਵੀ ਇਸ ਤਰ੍ਹਾਂ ਇਹ ਲੋਕ ਹੈਗੇ ਨੇ, ਵੈਕਸੀਨ ਨਹੀਂ ਲਵਾਉਣੀ ਚਾਹੀਦੀ। ਪਰ ਹੁਣ ਜਦੋਂ ਇਲੈਕਸ਼ਨ ਆ, ਲੋਕਾਂ ਨੇ ਸਾਰਾ ਕੁਝ ਸਾਹਮਣੇ ਲੈ ਆਂਦਾ, ਤਾਂ ਹੁਣ ਉਹਦੇ ਲਈ ਉਹਨਾਂ ਨੇ ਜਿਹੜੀ ਆ ਮਾਫੀ ਮੰਗੀ ਆ
ਇਹ ਗੱਲਬਾਤ ਦੇ ਉੱਤੇ ਵੀ ਕਾਫੀ ਚਰਚਾ ਹੋ ਰਹੀ ਹੈ। ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਂ ਗੱਲਬਾਤ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।